ठीक है। अच्छा जी, ਹੁਣ ਜਿਹੜੀ ਪਹਿਲੀ ਵੱਡੀ ਟੈਕਨੋਲੋਜੀਕਲ ਇਨੋਵੇਸ਼ਨ ਹੋਈ ਉਹ ਐਗਰੀਕਲਚਰ ਸੀ। ਠੀਕ, ਐਗਰੀਕਲਚਰ ਦੇ ਵਿੱਚ ਜਿਹੜਾ ਹੈ ਉਹ ਬਹੁਤ ਸ਼ੁਰੂ ਦੇ ਵਿੱਚ ਤੇ ਬੰਦਿਆਂ ਦੀ तमाम ਆਜ਼ਾਦੀ ਨੂੰ ਖੋਹ ਕੇ ਤੇ ਸਿਲੈਕਟਡ ਬੰਦਿਆਂ ਨੇ ਮਾਲਕ ਬਣ ਕੇ ਬਾਕੀ ਪਾਪੂਲੇਸ਼ਨਸ ਨੂੰ ਗੁਲਾਮ ਬਣਾ ਲਿਆ। ਜਿਵੇਂ ਤੁਸੀਂ ਦੇਖੋ ਗ੍ਰੀਕ ਸੋਸਾਇਟੀ ਹੈ ਉਹ ਕੰਪਲੀਟਲੀ ਗੁਲਾਮਾਂ ਦੀ ਸੋਸਾਇਟੀ ਸੀ, ਵਗੈਰਾ ਵਗੈਰਾ। ਇਹ ਸਾਰੀਆਂ ਸੋਸਾਇਟੀਆਂ ਬੇਸਿਕਲੀ ਸਲੇਵਰੀ ਸਨ, ਉਹਦੇ ਵਿੱਚ ਕੋਈ ਇੱਕ ਖਾਸ ਸੋਸਾਇਟੀ ਨਹੀਂ ਹੈ। ਸੋ ਲਿਹਾਜ਼ਾ ਟੈਕਨੋਲੋਜੀ ਦੇ ਆਉਣ ਤੋਂ ਬਾਅਦ ਆਜ਼ਾਦ ਬੰਦਾ ਜਿਹੜਾ ਹੈ ਉਹ ਟੋਟਲੀ ਗੁਲਾਮ ਬਣ ਗਿਆ। ਤੇ ਲੇਕਿਨ ਜਿਹੜੀ ਨਵੀਂ ਟੈਕਨੋਲੋਜੀ ਸੀ ਉਹਦੇ ਨਾਲ ਔਰ ਗੁਲਾਮੀ ਦੀ ਵਜ੍ਹਾ ਤੋਂ ਨਾਲ ਸਸਤੀ ਮਿਹਨਤ ਦੀ ਵਜ੍ਹਾ ਤੋਂ ਪ੍ਰੋਡਕਸ਼ਨ ਬਹੁਤ ਹੋਈ, ਯਾਨੀ ਰਿਲੇਟਿਵਲੀ ਜਦੋਂ ਪ੍ਰੋਡਕਸ਼ਨ ਹੋਈ ਤੇ ਉਹਦੇ ਨਾਲ ਅਦਾਰੇ ਵਗੈਰਾ ਸਾਰੇ ਜਿਹੜੇ ਨੇ ਉਹਨਾਂ ਦੇ ਵਿੱਚ ਐਵੋਲੂਸ਼ਨ ਹੋਇਆ। ਤੇ ਤੁਸੀਂ ਦੇਖੋ ਅਖੀਰ ਬਾਦਸ਼ਾਹ ਦੀ ਫਾਰਮ ਆ ਗਈ ਤੇ ਉਹ ਬਾਦਸ਼ਾਹ ਦੀ ਫਾਰਮ ਦੇ ਵਿੱਚ ਇੰਸਟੀਟਿਊਸ਼ਨ ਜਿਹੜੇ ਨੇ ਉਹ ਮੁਖਤਲਿਫ ਬਣ ਗਏ, ਅਦਾਲਤ ਦੇ ਫਲਾਣੇ ਫਲਾਣੇ ਫਲਾਣੇ। ਤੇ ਫਿਊਡਲਿਜ਼ਮ ਜਿਹੜਾ ਹੈ ਜਾਂ ਐਗਰੀਕਲਚਰਲ ਜਿਹੜੀ ਟੈਕਨੋਲੋਜੀ ਸੀ ਉਹ ਜਦੋਂ ਤਬਦੀਲ ਹੋਈ ਇੰਡਸਟਰੀਅਲ ਪ੍ਰੋਡਕਸ਼ਨ ਦੇ ਵਿੱਚ, ਤੇ ਇੰਡਸਟਰੀਅਲ ਪ੍ਰੋਡਕਸ਼ਨ ਦੇ ਵਿੱਚ ਵੀ ਇਹ ਹੋਇਆ ਕਿ ਇੰਡਸਟਰੀਅਲਿਸਟਾਂ ਨੇ ਜਿਹੜਾ ਪੁਰਾਣਾ ਫਿਊਡਲ ਸੀ, ਜਿਹੜਾ ਕਈ ਹਜ਼ਾਰ ਸਾਲਾਂ ਤੋਂ ਹਕੂਮਤ ਕਰ ਰਿਹਾ ਸੀ, ਉਹਨੂੰ ਕੱਢ ਦਿੱਤਾ, ਯਾਨੀ ਉਹ ਤੇ ਟਕੇ ਟੋਕਰੀ ਹੋ ਗਿਆ। ਤੇ ਉਹਦੀ ਜਗ੍ਹਾ ਤੇ ਇੱਕ ਨਵੀਂ ਕਲਾਸ ਸਰਮਾਇਆਦਾਰਾਂ ਦੀ ਪੈਦਾ ਹੋਈ। ਕਈ ਫਿਊਡਲ ਖੁਦ ਵੀ ਸਰਮਾਇਆਦਾਰ ਹੋ ਗਏ, ਲੇਕਿਨ ਜਿਹੜੀ ਸਰਮਾਇਆਦਾਰੀ ਦੀ ਜਿਹੜੀ ਬੇਸ ਸੀਗੀ ਉਹ ਫਿਊਡਲ ਦੇ ਹੱਕ ਵਿੱਚ ਨਹੀਂ ਸੀ, ਉਹਦੇ ਬਿਲਕੁਲ ਉਹਨੂੰ ਖਤਮ ਕਰਕੇ ਆਈ ਸੀਗੀ। ਇਹਦੇ ਜਿਹੜੇ ਖਤਮ ਹੋਇਆ ਇਜ਼ਾਰ ਗੱਲ ਹੈ ਕਿ ਉਹਦੇ ਤੇ ਅਸੀਂ ਬਹੁਤ ਅਰਲੀ ਪੀਰੀਅਡ ਜਿਹੜੇ ਨੇ, ਜਿਵੇਂ ਮਾਰਕਸ ਤੱਕ ਦਾ ਪੀਰੀਅਡ ਹੈ, ਉਹਦੇ ਵਿੱਚ ਜਿਹੜੀ ਲੋਕਾਂ ਦੇ ਹਾਲਾਤ ਬਹੁਤ ਖਰਾਬ ਹੋਏ ਔਰ ਜਿਹੜੇ ਮਜ਼ਦੂਰ ਤਬਕਾ ਸੀ ਉਹਦੇ ਹਾਲਾਤ ਅਗਰ ਤੁਸੀਂ ਪੜ੍ਹਨੇ ਹੋਣ ਤਾਂ ਤੁਸੀਂ ਚਾਰਲਸ ਡਿਕਨ ਦੇ ਹੀ ਨਾਵਲ ਪੜ੍ਹ ਲਓ ਤੇ ਤੁਹਾਨੂੰ ਪਤਾ ਲੱਗਦਾ ਹੈ ਕਿ ਹਾਲਾਤ ਕਿੰਨੇ ਖਰਾਬ ਸਨ। ਲੇਕਿਨ ਉਹਦੇ ਵਿੱਚ ਇੱਕ ਨਵੀਂ ਚੀਜ਼ ਸੀਗੀ ਜਿਹੜੀ ਕਿ ਐਗਰੀਕਲਚਰਲ ਪੀਰੀਅਡ ਜਾਂ ਫਿਊਡਲ ਪੀਰੀਅਡ ਦੇ ਵਿੱਚ ਨਹੀਂ ਸੀ। ਇਹਦੇ ਵਿੱਚ ਇਹ ਸੀ ਕਿ ਜਿਹੜਾ ਇਨਸਾਨ ਹੈ ਉਹ ਨਾ ਤਾਂ ਗੁਲਾਮ ਹੈ ਤੇ ਨਾ ਹੀ ਮੁਜ਼ਾਰਾ ਹੈ, ਉਹ ਇੱਕ ਇੰਡੀਪੈਂਡੈਂਟ ਐਂਟਿਟੀ ਹੈ ਔਰ ਆਪਣੇ ਦਿਨ ਦਾ ਇੱਕ ਮਖਸੂਸ ਹਿੱਸਾ 8 ਜਾਂ 10 ਘੰਟੇ ਆਪਣਾ ਪੇਟ ਭਰਨ ਲਈ ਵੇਚਦਾ ਹੈ ਔਰ ਜਦੋਂ ਉਹਦੀ ਨੌਕਰੀ ਦਾ ਸਮਾਂ ਮੁੱਕ ਜਾਂਦਾ ਹੈ ਤੇ ਉਹ ਆਜ਼ਾਦ ਬੰਦਾ ਹੁੰਦਾ ਹੈ ਔਰ ਉਸ ਤੋਂ ਪਹਿਲੇ ਵੀ ਆਜ਼ਾਦ ਬੰਦਾ ਹੁੰਦਾ ਹੈ, ਜਿਹੜਾ ਕਿ ਨਾ ਤਾਂ ਗੁਲਾਮ ਇਸ ਗੁਲਾਮ ਤੇ 24 ਘੰਟੇ ਦਾ ਗੁਲਾਮ ਸੀ ਤੇ ਜਿਹੜਾ ਮੁਜ਼ਾਹਰੇ ਸੀ ਉਹ ਵੀ ਕੋਈ ਸਮਝੋ 24 ਘੰਟੇ ਤੋਂ ਘੱਟ ਕੇ 20 ਘੰਟੇ ਹੋ ਗਿਆ ਹੋਵੇਗਾ। ਲੇਕਿਨ ਇਹ ਹੈ ਕਿ ਇਹ ਜਿਹੜਾ ਨਵਾਂ ਬੰਦਾ ਆਇਆ ਇਹ ਜਿਹੜਾ ਹੈ ਇਹ ਆਜ਼ਾਦ ਸੀਗਾ ਔਰ ਸਿਰਫ ਇਹ ਜਿਹੜਾ ਸਰਮਾਇਆਦਾਰ ਸੀ ਉਹਨੂੰ ਕੁਝ ਲੈਣਾ ਦੇਣਾ ਨਹੀਂ ਸੀ ਉਹਦੇ ਨਾਲ ਕਿ ਉਹਦੀ ਬੀਵੀ ਸੋਹਣੀ ਲੱਗਦੀ ਆ ਕਿ ਨਹੀਂ ਲੱਗਦੀ ਤੇ ਉਹਨੂੰ ਉਹ ਯੂਜ਼ਰਪ ਕਰ ਲਵੇ ਜਾਂ ਹੋਰ ਕੁਝ ਕਰ ਲਵੇ। ਸਰਮਾਇਆਦਾਰ ਨੂੰ ਸਿੱਧੀ ਗਰਜ਼ ਇਹ ਸੀ ਮਸ਼ੀਨ ਤੇ ਕੰਮ ਕਰੋ, ਵਾਧੂ ਪੈਦਾਵਾਰ ਪੈਦਾ ਕਰੋ, ਉਹਦੇ ਵਿੱਚੋਂ ਛੋਟਾ ਜਿਹਾ ਹਿੱਸਾ ਤੁਹਾਨੂੰ ਮਿਲ ਜਾਏਗਾ, ਬਾਕੀ ਅਸੀਂ ਰੱਖ ਲਾਂਗੇ। ਇਸ ਤਰ੍ਹਾਂ ਹੋ ਗਿਆ। ਫਿਰ ਤੁਸੀਂ ਦੇਖੋ ਕਿ ਜਿਹੜਾ ਸਰਮਾਇਆਦਾਰੀ ਸੁਸਾਇਟੀਆਂ ਨੇ ਜਿਹੜੀਆਂ ਅੱਗੇ ਵਧੀਆਂ ਤੇ ਉਹਨਾਂ ਦੇ ਵਿੱਚ ਸੋਸ਼ਲ ਵੈਲਫੇਅਰ ਸਿਸਟਮ ਆ ਗਿਆ, ਜਿਵੇਂ ਕਿ ਯੂਰਪ ਦੇ ਵਿੱਚ ਮੋਸਟਲੀ ਵੈਸਟਰਨ ਯੂਰਪ ਦੀਆਂ ਕੰਟਰੀਜ਼ ਦੇ ਵਿੱਚ ਹੈਗਾ ਹੈ, ਜਿਹਦੇ ਵਿੱਚ ਇਹ ਜਿਹੜਾ ਮਜ਼ਦੂਰ ਹੈ ਉਹਨੂੰ ਉਹ ਸਹੂਲਤਾਂ ਵੀ ਮਿਲ ਗਈਆਂ ਜਿਹੜੀਆਂ ਕਿ ਪਹਿਲੇ ਸਿਰਫ ਸਰਮਾਇਆਦਾਰ ਤਬਕਾ ਹੀ ਅਫੋਰਡ ਕਰ ਸਕਦਾ ਸੀ। ਮਿਸਾਲ ਦੇ ਤੌਰ ਤੇ ਸਿਹਤ ਔਰ ਤਾਲੀਮ ਹੈ, ਕਿਉਂਕਿ ਜਿਹੜਾ ਵੈਲਫੇਅਰ ਸਿਸਟਮ ਤੋਂ ਪਹਿਲੇ ਇਹ ਆਮ ਬੰਦਾ ਤੇ ਅਫੋਰਡ ਨਹੀਂ ਸੀ ਕਰ ਸਕਦਾ, ਨਾ ਸਿਹਤ ਅਫੋਰਡ ਕਰ ਸਕਦਾ ਸੀ, ਨਾ ਐਜੂਕੇਸ਼ਨ ਕਰ ਸਕਦਾ ਸੀ।
ਲੇਕਿਨ ਇਹ ਹੈ ਕਿ ਵੈਲਫੇਅਰ ਸਿਸਟਮ ਹੋਣ ਦੇ ਨਾਲ ਉਹਨੂੰ ਦੋਵੇਂ ਇਹ ਚੀਜ਼ਾਂ ਮਿਲ ਗਈਆਂ। ਸੋ ਲਿਹਾਜ਼ਾ ਉਹਦੀ ਜਿਹੜੀ ਆਜ਼ਾਦੀ ਹੈ ਔਰ ਉਹਦੀ ਜਿਹੜੀ ਸੁਸਾਇਟੀ 'ਚ ਫੰਕਸ਼ਨ ਕਰਨ ਦੀ ਕਪੈਸਿਟੀ ਹੈ ਮਜ਼ਦੂਰ ਦੀ ਔਰ ਇਨਸਾਨ ਦੀ, ਉਹ ਵੱਧ ਗਈ। ਅੱਛਾ, ਇਹ ਤੇ ਹੋ ਗਈ ਤਾਰੀਫ। ਹੁਣ ਆ ਰਹੀ ਹੈ ਆਰਟੀਫਿਸ਼ੀਅਲ ਇੰਟੈਲੀਜੈਂਸ। ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਿੱਚ ਵੀ ਇਹ ਹੋ ਰਿਹਾ ਹੈ, ਇਹ ਸਹੀ ਗੱਲ ਹੈ ਕਿ ਸ਼ੁਰੂ ਦੇ ਵਿੱਚ ਜਦੋਂ ਪਿਛਲੇ 20-30 ਸਾਲਾਂ 'ਚ ਇਹ ਜਿਹੜੀ ਸਾਰੀ ਆਰਟੀਫਿਸ਼ੀਅਲ ਦੀ ਟੈਕਨੋਲੋਜੀ ਹੈ ਇਹ 8-10 ਕੰਪਨੀਆਂ ਦੇ ਹੱਥ ਵਿੱਚ ਹੈ ਔਰ ਉਹ ਉਹਦੇ ਤੋਂ ਮਨਮਰਜ਼ੀ ਦਾ ਮੁਨਾਫਾ ਕਮਾ ਰਹੀਆਂ ਨੇ। ਇਹ ਸਹੀ ਗੱਲ ਹੈ, ਲੇਕਿਨ ਸਵਾਲ ਇਹ ਹੈ ਕਿ ਜਿਵੇਂ ਅਸੀਂ ਇੰਡਸਟਰੀਅਲਾਈਜੇਸ਼ਨ ਦਾ ਦੇਖੀਏ ਪੀਰੀਅਡ, ਤੇ ਉਹ ਚੰਦ ਬੰਦਿਆਂ ਇੰਡਸਟਰੀਅਲਿਸਟਾਂ ਦੀ ਹਕੂਮਤ ਦੇ ਕਾਬੂ ਵਿੱਚ ਸੀ ਤੇ ਬਾਕੀ ਲੋਕੀ ਉਹਨਾਂ ਲਈ ਕੰਮ ਕਰਦੇ ਸਨ। ਲੇਕਿਨ ਅਖੀਰ ਇਹ ਹੋਇਆ ਕਿ ਜਿਹੜਾ ਆਮ ਬੰਦਾ ਹੈ ਉਹਨੂੰ ਉਹ ਕੁਝ ਮਿਲ ਗਿਆ ਜਿਹੜਾ ਕਿ ਉਹਨੂੰ ਹਿਸਟਰੀ 'ਚ ਕਦੀ ਮਿਲਿਆ ਨਹੀਂ ਸੀ। ਅੱਛਾ, ਹੁਣ ਸਵਾਲ ਇਹ ਹੈ ਕਿ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਆਈ ਹੈ ਉਹਦੇ ਵਿੱਚ ਇਹ ਕਹਿਣਾ ਕਿ ਉਹ ਪਹਿਲੇ ਦਿਨ ਹੀ ਉਹ ਸਾਰੇ ਇਨਸਾਨਾਂ ਨੂੰ ਬਰਾਬਰ ਕਰ ਦਿੱਤਾ ਉਹਨੇ, ਇਹ ਤਾਂ ਗੱਲ ਮੰਨਣ ਵਾਲੀ ਨਹੀਂ ਹੈਗੀ। ਅਸੀਂ ਉਹਦੇ ਵਿੱਚ ਇੱਕ ਡਿਸਾਈਸਿਵ ਫੈਕਟਰ ਇਹ ਸੀਗਾ ਕਿ ਮਜ਼ਦੂਰ ਜਮਾਤ ਦੀ ਆਰਗੇਨਾਈਜੇਸ਼ਨ ਤੇ ਉਹਨਾਂ ਦੀ ਜਿਹੜੀ ਜਦੋਜਹਿਦ। ਜੀ ਜੀ ਜੀ, ਕਿਉਂਕਿ ਇਹ ਜਿਹੜਾ ਕੰਸੈਸ਼ਨ ਦਿੱਤੇ ਹੈ ਲੋਕਾਂ ਨੇ ਪੂਰੀ ਸੁਸਾਇਟੀ ਲਈ, ਉਹ ਤੋਂ ਬਿਨਾਂ ਮੁਮਕਿਨ ਨਹੀਂ ਸੀ। ਉਹ ਇੱਕ ਬੜਾ ਡਿਸਾਈਸਿਵ ਫੈਕਟਰ ਹੈ। ਹਾਂਜੀ, ਸੋ ਇਹਦੇ ਤੋਂ ਇਹ ਨਤੀਜਾ ਨਿਕਲਦਾ ਹੈ ਕਿ ਜੋ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਟੈਕਨੋਲੋਜੀ ਨਾਲ ਸੁਸਾਇਟੀ ਟਰਾਂਸਫਾਰਮ ਹੋ ਰਹੀ ਹੈ ਉਹਦੇ ਸ਼ੁਰੂ ਵਿੱਚ ਉਵੇਂ ਹੀ ਹੋ ਰਿਹਾ ਜਿਵੇਂ ਬਾਕੀ ਨਿਜ਼ਾਮਾਂ ਦੇ ਸ਼ੁਰੂ ਵਿੱਚ ਹੋਇਆ ਕਿ ਚੰਦ ਬੰਦੇ ਜਿਹੜੇ ਨੇ ਉਹਨਾਂ ਨੇ ਆਪਣਾ ਟੈਕਨੋਲੋਜੀ ਇਨਵੈਂਟ ਕਰਕੇ ਔਰ ਉਹਦੀ ਜਿਹੜੀ ਪ੍ਰੋਡਕਸ਼ਨ ਹੈ ਉਹਦੇ ਦੇ ਉੱਤੇ ਮੋਨੋਪੋਲੀ ਸ਼ਾਇਦ ਬਣਾ ਲਈ ਹੈ ਔਰ ਉਹ ਮੁਨਾਫਾ ਕਮਾ ਰਹੀਆਂ ਨੇ। ਹੁਣ ਸਵਾਲ ਇਹ ਹੈ ਕਿ ਜੇ ਜਿਵੇਂ ਸਰਮਾਇਆਦਾਰੀ ਸੀ ਉਵੇਂ ਅਗਰ ਅਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਆਉਣ ਦੇ ਇੰਪਲੀਮੈਂਟ ਹੋਣ ਤੋਂ ਬਾਅਦ ਵਾਲੀ ਸੁਸਾਇਟੀ ਨੂੰ ਦੇਖੀਏ ਤੇ ਸਵਾਲ ਇਹ ਹੈ ਕਿ ਉਹਦਾ ਫਿਊਚਰ ਕੀ ਹੈ? ਕਿਆ ਉਹਦਾ ਫਿਊਚਰ ਜਿਹੜਾ ਹੈ ਉਹ ਆਮ ਬੰਦਿਆਂ ਦੀ ਯਾਨੀ ਉਹ ਬੰਦਿਆਂ ਦੇ ਵਿੱਚ ਬਰਾਬਰੀ ਵੱਲ ਜਾਏਗਾ? ਹੁਣ ਨਹੀਂ ਦਿਸਦਾ ਉਹ ਬਰਾਬਰੀ ਵੱਲ। ਕਿਆ ਉਹ ਬਰਾਬਰੀ ਵੱਲ ਜਾਏਗਾ? ਕਿਆ ਉਹਦੇ ਵਿੱਚ ਉਸੇ ਤਰ੍ਹਾਂ ਦੀ ਸਟਰਗਲ ਕਰਨੀ ਪਏਗੀ ਲੋਕਾਂ ਨੂੰ ਜਿਵੇਂ ਸਰਮਾਇਆਦਾਰੀ ਦੌਰ 'ਚ ਕਰਨੀ ਪਈ? ਮਤਲਬ ਸਰਮਾਇਆਦਾਰੀ ਦੌਰ ਦੇ ਵਿੱਚ ਜਿਵੇਂ ਮਜ਼ਦੂਰਾਂ ਨੇ ਹੱਕ ਲੈਣ ਲਈ ਜਿਵੇਂ ਕੋਸ਼ਿਸ਼ਾਂ ਕੀਤੀਆਂ ਤੇ ਉਹਦੇ ਨਤੀਜੇ ਤੌਰ ਤੇ ਵੈਸਟਰਨ ਯੂਰਪ ਵਿੱਚ ਇੱਕ ਵੈਲਫੇਅਰ ਸਿਸਟਮ ਕਾਇਮ ਹੋਇਆ, ਤੇ ਕਿਆ ਇਸ ਪੀਰੀਅਡ ਦੇ ਵਿੱਚ ਜਦੋਂ ਕਿ ਪ੍ਰੋਡਕਸ਼ਨ ਦੇ ਵਿੱਚ ਬੰਦਿਆਂ ਦੀ ਲੋੜ ਬਹੁਤ ਘੱਟ ਰਹਿ ਜਾਏਗੀ ਜਾਂ ਮੁੱਕ ਹੀ ਜਾਏਗੀ, ਤੇ ਕਿਆ ਬੰਦਾ ਜਿਹੜਾ ਹੈ ਉਹ ਬੰਦੇ ਜਿਹੜੇ ਨੇ ਉਹ ਇੱਕ ਕਲੈਕਟਿਵ ਸਟਰਗਲ ਵੀ ਕਰਨਗੇ ਜਿਹਦੇ ਨਾਲ ਕਿ ਜਿਹੜੀ ਇਨਕਮ ਡਿਸਟ੍ਰੀਬਿਊਸ਼ਨ ਹੈ ਉਹ ਇਕੁਅਲਾਈਜ਼ ਹੋ ਸਕੇ? ਮੈਂ ਇੱਥੋਂ ਦਾ ਗੱਲ ਕਰਨ ਲੱਗੇ, ਹੁਣ ਤੁਸੀਂ ਗੱਲ ਕਰੋ। ਸਰ ਮੈਂ ਅਰਜ਼ ਕਰਾਂ ਜੀ, ਮੈਂ ਪੂਰੀ ਤੇ ਨਹੀਂ ਸੁਣੀ ਜੀ, ਮੈਂ ਪੂਰੀ ਤੇ ਨਹੀਂ ਸੁਣੀ, ਲੇਕਿਨ ਮੈਂ ਜਾਣਦਾ ਕਿ ਮੈਂ ਸਮਝ ਸਕਦਾ ਅਸੀਂ ਆਪਣੀ ਜਿਹੜੀ ਅਵੇਲੇਬਲ ਸਾਡੇ ਕੋਲ ਡਾਟਾ ਹੈ ਜਾਂ ਅਵੇਲੇਬਲ ਸਾਡਾ ਨੌਲੇਜ ਹੈ, ਸੋਸ਼ਲ ਨੌਲੇਜ ਹੈ ਔਰ ਜਿਹੜੀ ਸਾਇੰਟੀਫਿਕ ਨੌਲੇਜ ਹੈ ਉਸ ਤੋਂ ਮੈਂ ਇਹ ਸਮਝ ਸਕਦਾ ਕਿ ਹਿਸਟੋਰੀਕਲ ਜਿਹੜੀ ਡਾਇਲੈਕਟਿਕਸ ਹੈ ਉਹਦੇ ਮੁਤਾਬਕ ਕਿਉਂਕਿ ਦੌਲਤ ਚੰਦ ਹੱਥਾਂ ਦੇ ਵਿੱਚ ਇਰਤਕਾਜ਼ ਹੋ ਰਿਹਾ ਹੈ, ਇਕੱਠੀ ਹੋ ਰਹੀ ਹੈ, ਤੇ ਜਿਹੜੇ ਦੂਸਰੇ ਨੇ ਆਮ ਤੌਰ ਤੇ ਉਹਨਾਂ ਦਾ ਇਸਤਹਿਸਾਲ ਵੀ ਨਹੀਂ ਹੋ ਰਿਹਾ, ਤੇ ਅਸੀਂ ਸ਼ਾਇਦ ਇੱਕ ਸਾਡੇ ਸਾਹਮਣੇ ਇੱਕ ਫੇਕ ਜੀ ਪਿਕਚਰ ਆ ਰਹੀ ਹੈ ਕਿ ਇੱਕ ਕੁਝ ਕੰਪਨੀਆਂ ਇਕੱਠੇ ਹੋ ਕੇ ਸਾਰਾ ਕੁਝ ਕਮਾ ਰਹੀਆਂ ਤੇ ਲੋਕਾਂ ਨੂੰ ਖਵਾ ਰਹੀਆਂ। ਲੇਕਿਨ ਜਿਹੜੀ ਇਹ ਦੇਖਣ ਦੀ ਜ਼ਰੂਰਤ ਹੈ ਕਿ ਅਗਰ ਉਹ ਦੌਲਤ ਪੈਦਾ ਕਰ ਰਹੇ ਨੇ ਤੇ ਦੌਲਤ ਪੈਦਾ ਕਰਨ ਵਾਸਤੇ ਉਹਨਾਂ ਨੂੰ ਕੰਜ਼ਿਊਮਰਸ ਚਾਹੀਦੇ ਨੇ, ਜੋ ਉਹ ਪੈਦਾ ਕਰੀ ਜਾ ਰਹੇ ਨੇ ਆਖਰ ਉਹਨੇ ਕਿਸੇ ਨੂੰ ਇਸਤੇਮਾਲ ਕਰਨਾ ਹੈ। ਇਹ ਜਿਹੜੀ ਕੰਜ਼ਿਊਮਰਿਜ਼ਮ ਦੀ ਤਾਕਤ ਹੈ, ਸ਼ਾਇਦ
ਇਹ ਤਾਕਤ ਜਿਹੜੀ ਹੈ ਇਹ ਉਹਨਾਂ ਦੀ ਮੋਨੋਪੋਲੀ ਨੂੰ ਤੋੜਨ ਵਾਸਤੇ ਸਟਰਗਲ ਹੋਏਗੀ। ਜਿਵੇਂ ਕਿਸੇ ਜ਼ਮਾਨੇ 'ਚ ਕਿਸਾਨਾਂ ਦੀਆਂ ਤਹਿਰੀਕਾਂ ਫਿਊਡਲਸ ਦੇ ਖਿਲਾਫ ਹੋਈਆਂ ਤੇ ਆਪਣਾ ਮਜ਼ਦੂਰਾਂ ਦੀਆਂ ਸਰਮਾਇਆਦਾਰਾਂ ਦੇ ਖਿਲਾਫ ਹੋਈ, ਇਸ ਤਰ੍ਹਾਂ ਸ਼ਾਇਦ ਕੰਜ਼ਿਊਮਰਸ ਜਿਹੜੇ ਨੇ ਉਹ ਆਪਣੀ ਪਾਵਰਸ ਨੂੰ ਇਸਤੇਮਾਲ ਕਰਕੇ ਬਿਲਕੁਲ ਨਵੀਂ ਕਿਸਮ ਦੀ ਜੰਗ ਹੋ ਸਕਦੀ ਹੈ, ਜਿਹੜੀ ਕਿ ਉਹ ਕਵੇ ਕਿ ਜਿਹੜੇ ਜਿਵੇਂ ਆਮ ਤੌਰ ਤੇ ਮਾਦਨੀ ਵਸਾਇਲ ਕਿਸੇ ਮੁਲਕ ਦੇ ਨਿਕਲੇ ਜਾਂਦੇ ਨੇ ਤੇ ਉਹ ਕੋਲੈਕਟਿਵਲੀ ਲੋਕਾਂ ਦੇ ਗਿਣੇ ਜਾਂਦੇ ਨੇ, ਇਸ ਤਰ੍ਹਾਂ ਜੇ ਟੈਕਨੋਲੋਜੀ ਦੀ ਬੇਸ ਤੇ ਰੋਬੋਟ ਬਣਾ ਕੇ ਕੋਈ ਐਕਸਟਰਾ ਪੈਦਾਵਾਰ ਕੀਤੀ ਜਾਂਦੀ ਹੈ ਤੇ ਮੇਰਾ ਖਿਆਲ ਹੈ ਤਹਿਰੀਕਾਂ ਦਾ ਇਹ ਕੋਈ ਸਲੋਗਨ ਹੋਏਗਾ ਕਿ ਜੀ ਇਹ ਜਿਹੜੇ ਪੈਦਾਵਾਰ ਐਕਸਟਰਾ ਪੈਦਾਵਾਰ ਟੈਕਨੋਲੋਜੀ ਨੂੰ ਇਸਤੇਮਾਲ ਹੋ ਕੇ ਰੋਬੋਟ ਨੂੰ ਇਸਤੇਮਾਲ ਕਰਕੇ AI ਨੂੰ ਇਸਤੇਮਾਲ ਕਰਕੇ ਜਿਹੜੀ ਹੋ ਰਹੀ ਹੈ ਉਹ ਕਲੈਕਟਿਵ ਹਿਊਮੈਨਿਟੀ ਦੀ ਮਲਕੀਅਤ ਹੈ ਤੇ ਇਹਦੀ ਵੰਡ ਇਸ ਤਰ੍ਹਾਂ ਹੋਣੀ ਚਾਹੀਦੀ ਹੈ। ਤੇ ਉਹਦੇ 'ਚ ਜ਼ਾਹਰ ਹੈ ਦੋ ਫੋਰਸਸ ਜਿਹੜੀਆਂ ਲੜ ਰਹੀਆਂ ਹੋਣਗੀਆਂ, ਇੱਕ ਉਹ 'ਚ 5-7-10 ਕੰਪਨੀਆਂ ਜਿਹੜੀਆਂ ਕਿ ਉਹ ਵਸਾਇਲ ਤੇ ਕਾਬਜ਼ ਨੇ ਸ਼ੁਰੂ ਤੋਂ ਲੈ ਕੇ, ਤੇ ਜਿਹੜੇ ਬਾਕੀ ਕੰਜ਼ਿਊਮਰਸ ਨੇ ਜਿਹੜੇ ਕਿ ਅਬੰਡਨ ਹੋ ਗਏ ਨੇ, ਜਿਹੜੇ ਕਿ ਰਿਡੰਡੈਂਟ ਹੋ ਗਏ ਨੇ, ਉਹ ਕੰਮ ਨਹੀਂ ਕਰ ਰਹੇ। ਲੇਕਿਨ ਚੂੰਕਿ ਉਹ ਕਲੈਕਟਿਵ ਟੈਕਨੋਲੋਜੀ ਹੈ ਸਾਰੀ ਦੁਨੀਆ ਦੀ, ਉਸ ਦੀ ਬੇਸਿਸ ਤੇ ਸ਼ਾਇਦ ਇਹ ਲੜਾਈ ਚੱਲੇਗੀ, ਇਹ ਮੇਰਾ ਖਿਆਲ ਹੈ। ਹਾਂ, ਮੈਂ ਤੁਹਾਡੇ ਨਾਲ ਐਗਰੀ ਕਰਦਾ। ਨਹੀਂ ਰਾਣਾ ਸਾਹਿਬ, ਗੱਲ ਦੁਰਸਤ ਲੱਗਦੀ ਤੁਹਾਨੂੰ, ਕਿਉਂਕਿ ਆਲਰੇਡੀ ਦੇਖੋ ਨਾ ਆਵਾਜ਼ਾਂ ਉੱਠ ਰਹੀਆਂ ਕਿ ਬੇਸਿਕ ਗਾਰੰਟੀਡ ਇਨਕਮ ਹੋਣੀ ਚਾਹੀਦੀ ਲੋਕਾਂ ਦੇ, ਯੂਨੀਵਰਸਲ ਇਨਕਮ। ਹਾਂ, ਦੂਜੀ ਗੱਲ ਜੀ ਕੋਈ ਇੰਡੀਆ ਦੇ ਕਿਸਾਨ ਜਿਹੜੀ ਤਹਿਰੀਕ ਆ ਉਹਦੇ ਵਿੱਚ ਆਵਾਜ਼ ਉੱਠੀ ਆ ਕਿ ਫਸਲਾਂ ਦੇ ਫੈਸਲੇ ਕਿਸਾਨ ਕਰੂਗਾ, ਤੇ ਇਸ਼ਾਰੇ ਕਰ ਰਹੀਆਂ ਇਹ ਆਪਣੇ ਫਿਊਚਰ ਵੱਲ। ਮੈਂ ਇੱਕ ਗੱਲ ਕਰਾਂ ਡਾਕਟਰ ਸਾਹਿਬ ਜੀ। ਇਹ ਡਾਕਟਰ ਸਾਹਿਬ ਜਿਹੜੀ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਇਹ ਝਗੜਾ ਜੋ ਆ ਗਰੀਬ ਅਮੀਰ ਦਾ, ਜਿਹੜੇ ਰਿਚ ਜਾਂ ਪੂਅਰ, ਜਾਂ ਜਿਹਦੇ ਕੋਲ ਜ਼ਿਆਦਾ ਨੋ ਹਾਊ ਆ ਔਰ ਜਿਹਦੇ ਕੋਲ ਨਹੀਂ, ਔਰ ਕੋਈ ਕਿਸੇ ਨੂੰ ਕਿੰਨਾ ਐਕਸਪਲੋਇਟ ਕਰ ਸਕਦਾ, ਉਹ ਇਹਦਾ ਝਗੜਾ ਹੈ। ਕਿਉਂਕਿ ਟੈਕਨੋਲੋਜੀ ਵੀ ਜਾਂ ਨਿਊ ਇਨਵੈਂਸ਼ਨ ਵੀ ਜਿਹੜੀਆਂ ਹੁੰਦੀਆਂ ਨੇ, ਉਹਨੂੰ ਪ੍ਰਮੋਟ ਜਾਂ ਡਿਵੈਲਪ ਕਰਨ ਲਈ ਵੀ ਅਮੀਰ ਆਦਮੀ ਹੀ ਪਹਿਲਾਂ ਅੱਗੇ ਹੁੰਦੇ ਨੇ। ਇੰਡਸਟਰੀਅਲ ਰੈਵੋਲੂਸ਼ਨ ਦੀ ਜਿੱਥੇ ਤੇ ਮੈਨੂੰ ਖਰਿਆ ਕਿ ਉਹਨਾਂ ਨੇ ਹੀ ਫਾਈਨੈਂਸ ਕੀਤੇ, ਉਹਨਾਂ ਨੇ ਹੀ ਲਾਜ਼ ਬਣਾਏ, ਉਹਨਾਂ ਨੇ ਹੀ ਇੰਗਲੈਂਡ ਦੇ ਵਿੱਚ ਸਭ ਕੁਝ ਕੀਤਾ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਉਸ ਚੀਜ਼ ਦੇ ਵਿੱਚੋਂ ਮੁਨਾਫਾ, ਟਰੇਡ, ਬਿਜ਼ਨਸ ਕਰ ਸਕਣ। ਔਰ ਇੱਥੇ ਵੀ ਜਿਹੜੇ ਰਿਚ ਨੇ ਜਾਂ ਪ੍ਰਿਵਿਲੇਜਡ ਫਿਊ ਨੇ, ਉਹੀ ਇਸੇ ਚੀਜ਼ ਨੂੰ ਪ੍ਰਮੋਟ ਕਰ ਰਹੇ ਨੇ, ਡਿਵੈਲਪ ਕਰ ਰਹੇ ਨੇ ਕਿ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਫਾਇਦਾ ਕਿਸ ਤਰ੍ਹਾਂ ਹੋਵੇ। ਔਰ ਜਿਹੜੇ ਵੈਸੇ ਜਿੱਦਾਂ ਕਹਿੰਦੇ ਆ ਕਿ ਫ੍ਰੀ ਹੋ ਜਾਏਗਾ ਸਭ ਕੁਝ, ਔਰ ਮੇਰਾ ਖਿਆਲ ਹੈ ਕੋਈ ਕਿਸੇ ਨੂੰ ਕੋਈ ਫ੍ਰੀ ਚੀਜ਼ ਨਹੀਂ ਦਿੰਦਾ। ਅਸੀਂ ਤਾਂ ਮੰਗਤੇ ਨੂੰ ਫ੍ਰੀ ਚੀਜ਼ ਨਹੀਂ ਦਿੰਦੇ ਜਦ ਤੱਕ ਕਿ ਸਾਨੂੰ ਡਰ ਆਪਣੇ ਰਿਲੀਜਨ ਦਾ ਨਾ ਹੋਵੇ, ਨਰਕਾਂ ਸੁਰਗਾਂ ਦਾ ਡਰ ਨਾ ਹੋਵੇ, ਜਾਂ ਆਪਣੀ ਈਗੋ ਨੂੰ ਸੈਟਿਸਫਾਈ ਕਰਨ ਦਾ ਡਰ ਨਾ ਹੋਵੇ, ਜਾਂ ਫਿਰ ਸਾਨੂੰ ਗਰੀਬਾਂ ਤੋਂ ਬੈਕਲੈਸ਼ ਦਾ ਡਰ ਨਾ ਹੋਵੇ। ਅਮੀਰਾਂ ਨੂੰ ਗਰੀਬਾਂ ਦੀ ਬੈਕਲੈਸ਼ ਤੋਂ ਡਰ ਕਰਕੇ ਹੀ ਇਹ ਚੇਂਜਸ ਆਉਂਦੀਆਂ ਨੇ, ਅਦਰਵਾਈਜ਼ ਉਹ ਤਾਂ ਉਹਨਾਂ ਦੇ ਉੱਤੇ ਸੁੱਕਾ ਧੇਲਾ ਨਾ ਰੱਖਣ ਉਹਨਾਂ ਦੇ ਹੱਥਾਂ ਤੇ। ਸੋ ਇਹ ਮੇਰਾ ਖਿਆਲ ਹੈ ਕਿ ਜੋ ਕੁਝ ਹੁੰਦਾ ਡਿਵੈਲਪ ਆਫ ਟੈਕਨੋਲੋਜੀ, ਪ੍ਰੋਪੇਗੇਸ਼ਨ ਆਫ ਟੈਕਨੋਲੋਜੀ is solely the economic benefit of the rich, and it so happens ਕਿ ਥੋੜਾ ਜਿਹਾ privileged few ਜਿਹੜੇ ਆ ਥੋੜੇ ਕ੍ਰਮ ਸਿੱਟ ਦਿੰਦੇ ਬਾਕੀਆਂ ਨੂੰ ਚੁੱਪ ਕਰਾਉਣ ਦੇ ਲਈ। ਹਿਸਟੋਰੀਕਲੀ ਮੈਨੂੰ ਤਾਂ ਇਸ ਤਰ੍ਹਾਂ ਸਮਝ ਆਉਂਦੀ ਆ ਜੀ। ਨਹੀਂ ਅਮਰਜੀਤ ਜੀ, ਤੁਸੀਂ ਤੁਹਾਡੀ ਜਿਹੜੀ ਇਸ ਬਾਰੇ ਚ ਰਾਏ ਹੈ ਉਹ ਹਿਸਟੋਰੀਕਲੀ ਮਟੀਰੀਅਲ ਸਰਕਮਸਟੈਂਸਸ ਦੇ ਬਿਲਕੁਲ ਉਲਟ ਹੈ। ਤੁਸੀਂ ਇਹ ਕਹਿ ਰਹੇ ਹੋ ਬੇਸਿਕਲੀ ਕਿ ਹਿਸਟਰੀ ਸਿਰਫ ਆਪਣੇ ਆਪ ਨੂੰ ਦੁਹਰਾਉਂਦੀ ਹੈ ਔਰ ਇਸ ਤੋਂ ਇਲਾਵਾ ਉਹਦੇ ਵਿੱਚ ਕੋਈ ਤਬਦੀਲੀ ਨਹੀਂ ਆਉਂਦੀ ਹਿਸਟਰੀ ਦੇ ਵਿੱਚ। ਲੇਕਿਨ ਅਸੀਂ ਇਹ ਦੇਖਦੇ ਹਾਂ ਕਿ ਜਿਹੜਾ ਸ਼ੁਰੂ ਦੇ ਵਿੱਚ ਗੁਲਾਮ ਦਾ ਔਰ ਮਾਲਕ ਦਾ ਤਾਲੁਕ ਸੀ ਆਪਸ ਦੇ ਵਿੱਚ,
ਉਹ ਸਰਮਾਇਆਦਾਰ ਸੁਸਾਇਟੀ ਦੇ ਵਿੱਚ ਮਜ਼ਦੂਰ ਔਰ ਸਰਮਾਇਆਦਾਰ ਦਾ ਨਹੀਂ ਸੀ। ਜੋ ਚੀਜ਼ਾਂ ਉਹਨੂੰ ਅਵੇਲੇਬਲ ਆਪਣਾ ਸਲੇਵਰੀ ਦੇ ਵਿੱਚ ਸਨ, ਜਿਹੜਾ ਹਿੱਸਾ 100% ਹਿੱਸਾ ਜਿਹੜਾ ਹੈ ਉਹ ਲੈਂਦਾ ਸੀ ਮਾਲਕ, ਤੇ ਬਾਕੀ ਉਹ ਆਪਣੀ ਮਰਜ਼ੀ ਨਾਲ ਬਹੁਤ ਹੀ ਥੋੜਾ ਹਿੱਸਾ ਜਿਹੜਾ ਉਹ ਗੁਲਾਮਾਂ ਨੂੰ ਦਿੱਤਾ ਸੀ। ਜਾਗੀਰਦਾਰੀ ਦੇ ਵਿੱਚ ਇਹਦੇ ਵਿੱਚ ਹੋਰ ਇੰਪਰੂਵਮੈਂਟ ਹੋਈ ਕਿ ਜਿਹੜਾ ਵਾਹੁਣ ਵਾਲਾ ਹੈ ਉਹਨੂੰ ਜ਼ਿਆਦਾ ਹਿੱਸਾ, ਉਹਨੂੰ ਵੀ ਕਾਫੀ ਹਿੱਸਾ ਮਿਲਣ ਲੱਗ ਪਿਆ, ਤੇ ਜਿਹੜਾ ਫਿਊਡਲ ਸੀ ਉਹਨੂੰ ਉਹਨਾਂ ਹਿੱਸਾ ਨਹੀਂ 100% ਜਿਵੇਂ ਕਿ ਸਲੇਵਰੀ ਦੇ ਜ਼ਮਾਨੇ 'ਚ ਸੀ। ਅੱਛਾ, ਫਿਰ ਜਦੋਂ ਸਰਮਾਇਆਦਾਰੀ ਆ ਗਈ ਤੇ ਫਿਰ ਹੋਰ ਤਬਦੀਲੀਆਂ ਹੋ ਗਈਆਂ। ਹੁਣ ਤੁਸੀਂ ਸਰਮਾਇਆਦਾਰੀ ਦੇ ਅੰਦਰ ਦੇਖੋ ਕਿ ਸਰਮਾਇਆਦਾਰੀ ਦੇ ਅੰਦਰ ਜਦੋਂ ਸਰਮਾਇਆਦਾਰੀ ਸ਼ੁਰੂ ਹੋਈ ਆਪਣਾ ਬਰਤਾਨੀਆ ਦੇ ਵਿੱਚ, ਯਾਨੀ ਇੰਡਸਟਰੀਅਲ ਰੈਵੋਲੂਸ਼ਨ ਆਇਆ, ਤੇ ਉਸ ਤੋਂ ਬਾਅਦ ਜਿਹੜੀ ਫੌਰੀ ਤੌਰ ਦੇ ਉੱਤੇ ਜਿਹੜੀ ਇਨਕਮ ਦੀ ਡਿਸਟ੍ਰੀਬਿਊਸ਼ਨ ਹੋਈ ਉਹ ਬਹੁਤ ਹੀ ਕਾਣੀ ਸੀ। ਉਹਦੇ ਵਿੱਚ ਮਜ਼ਦੂਰ ਨੂੰ ਬਹੁਤ ਘੱਟ ਮਿਲਦਾ ਸੀ, ਤੇ ਜਿਹੜਾ ਸਰਮਾਇਆਦਾਰ ਹੈ ਉਹਨੂੰ ਬਹੁਤ ਵੱਡਾ ਹਿੱਸਾ ਮਿਲਦਾ ਸੀ। ਲੇਕਿਨ 200-250 ਸਾਲਾਂ ਦੇ ਅੰਦਰ ਅੰਦਰ ਹੀ ਉਹ ਜਿਹੜੀ ਪ੍ਰਪੋਰਸ਼ਨ ਸਨ ਦੋਵਾਂ ਦੇ ਆਪਸ ਵਿੱਚ, ਮਜ਼ਦੂਰ ਦੇ ਔਰ ਸਰਮਾਇਆਦਾਰ ਦੇ, ਉਹ ਬਿਲਕੁਲ ਬਦਲ ਗਏ। ਔਰ ਹੁਣ ਮਜ਼ਦੂਰ ਜਿਹੜਾ ਹੈ ਯੂਰਪ ਦਾ, ਉਹਨੂੰ ਬਹੁਤ ਐਸੀਆਂ ਸਹੂਲਤਾਂ ਹਾਸਲ ਨੇ ਜਿਹੜੀਆਂ ਸਮਝੋ ਕਿ ਗੁਲਾਮਾਂ ਦੇ ਮਾਲਕ ਨੂੰ ਸਨ, ਜਾਂ ਫਿਊਡਲ ਲਾਰਡ ਨੂੰ ਸਨ, ਜਾਂ ਪਹਿਲੇ ਸਰਮਾਇਆਦਾਰ ਨੂੰ ਸਨ। ਸੋ ਲਿਹਾਜ਼ਾ ਅਸੀਂ ਇਹ ਵੇਖ ਰਹੇ ਹਾਂ ਕਿ ਜਿਹੜਾ ਹਿਸਟਰੀ ਦਾ ਟ੍ਰੈਂਡ ਹੈ, ਜਨਰਲ ਟ੍ਰੈਂਡ ਹੈ, ਨੰਬਰ 1 ਇੱਕ ਤੇ ਉਹ ਸਟੈਟਿਕ ਨਹੀਂ ਹੈਗਾ, ਨੰਬਰ 2 ਇੱਕ ਉਹ ਰੈਪੀਟੀਟਿਵ ਨਹੀਂ ਹੈਗਾ। ਹਰ ਨਵਾਂ ਨਿਜ਼ਾਮ ਉਹਦੇ ਉੱਤੇ ਕੁਝ ਐਡ ਕਰਦਾ ਹੈ। ਔਰ ਤੀਸਰਾ, ਖੁਦ ਨਿਜ਼ਾਮ ਦੇ ਅੰਦਰ ਜਿਹੜੀ ਹੈ ਉਹ ਇੰਪਰੂਵਮੈਂਟ ਹੁੰਦੀ ਜਾਂਦੀ ਹੈ, ਔਰ ਜਿਹੜਾ ਸ਼ੁਰੂ ਦੇ ਵਿੱਚ ਡਿਵੀਜ਼ਨ ਹੁੰਦੀ ਹੈ ਉਹ ਮੁੱਕ ਜਾਂਦੀ ਹੈ ਤੇ ਇੱਕ ਨਵੀਂ ਡਿਵੀਜ਼ਨ ਕਾਇਮ ਹੁੰਦੀ ਜਾਂਦੀ ਹੈ। ਹੁਣ ਇਹਨੂੰ ਅਗਰ ਅੱਗੇ ਲੈ ਕੇ ਚੱਲੀਏ ਤੇ ਇਹ ਜਿਹੜਾ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਪੀਰੀਅਡ ਹੈ, ਇਹਦੇ ਵਿੱਚ ਪਹਿਲੀ ਵਾਰੀ ਹਿਸਟਰੀ ਦੇ ਵਿੱਚ ਇਹ ਹੋ ਰਿਹਾ ਹੈ ਕਿ ਬੰਦਿਆਂ ਦੀ ਮਿਹਨਤ ਨੂੰ ਐਕਸਪਲੋਇਟ ਕਰਨ ਦੀ ਲੋੜ ਨਹੀਂ ਹੈ। ਮਤਲਬ ਹਰ ਕੰਮ ਰੋਬੋਟ ਕਰ ਸਕਦੇ ਨੇ, ਤੇ ਬੰਦਾ ਜਿਹੜਾ ਹੈ ਉਹਦੀ ਜਿਹੜੀ ਮਿਹਨਤ ਹੈ, ਉਹਦੀ ਜਿਹੜੀ ਇੰਪੋਰਟੈਂਸ ਸੀ ਸਰਮਾਇਆਦਾਰੀ ਦੌਰ 'ਚ, ਜਾਗੀਰਦਾਰੀ ਦੌਰ 'ਚ, ਗੁਲਾਮੀ ਦੇ ਦੌਰ 'ਚ, ਉਹਦੀ ਹੁਣ ਕੋਈ ਲੋੜ ਨਹੀਂ ਹੈ। ਲਿਹਾਜ਼ਾ ਹੁਣ ਜਿਹੜੀ ਇਨਕਮ ਡਿਸਟ੍ਰੀਬਿਊਸ਼ਨ ਹੋਣੀ ਹੈ ਉਹ ਉਹਨਾਂ ਬੁਨਿਆਦਾਂ ਤੇ ਨਹੀਂ ਹੋਣੀ ਜਿਹੜੀ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਤੋਂ ਪਹਿਲੇ ਸਨ। ਉਹਨਾਂ ਨੇ ਨਵੇਂ ਤਰੀਕੇ ਨਾਲ ਹੋਣਾ ਹੈ। ਤੁਸੀਂ ਆਪਣਾ ਅਮਰਜੀਤ ਜੀ, ਤੁਸੀਂ ਬਿਲਕੁਲ ਮਾਜ਼ੀ ਦੇ ਕੁਝ ਫਾਰਮੂਲੇ ਜਿਹੜੇ ਨੇ ਉਹਨਾਂ ਨੂੰ ਲੈ ਕੇ ਤੇ ਤੁਸੀਂ ਆਪਣਾ ਦੁਹਰਾਈ ਜਾਂਦੇ ਹੋ ਗੱਲਾਂ ਨੂੰ, ਤੇ ਮੇਰੇ ਖਿਆਲ ਦੇ ਵਿੱਚ ਤੁਹਾਡਾ ਵਿਊ ਇਸ ਬਾਰੇ 'ਚ ਦਰੁਸਤ ਨਹੀਂ ਹੈ। ਲੇਕਿਨ ਸਾਨੂੰ ਅਫਸੋਸ ਹੈ ਕਿ ਅਸੀਂ ਤੁਹਾਨੂੰ ਕਨਵਿੰਸ ਨਹੀਂ ਕਰ ਸਕਦੇ, ਕਿਉਂਕਿ ਤੁਹਾਡਾ ਤਕਰੀਬਨ ਬਿਲੀਵ ਬਣ ਗਿਆ। ਸਰ ਜੀ, ਮੈਂ ਇਹਦੇ 'ਚ ਇੱਕ ਚੀਜ਼ ਐਡ ਕਰਨਾ ਚਾਹੁੰਦਾ, ਉਹ ਹੈ ਕਿ ਵੇਖੋ ਜੀ, ਇੱਕ ਬੜੀ ਚੰਗੀ ਕਿਤਾਬ ਹੈ, ਉਹਦਾ ਮੈਨੂੰ ਲੱਗਦਾ ਹੈ ਉਹਦਾ ਟਾਈਟਲ ਹੈ ਦ ਸੈਲਫਿਸ਼ ਜੀਨ, ਤੇ ਮੈਂ ਪੜ੍ਹੀ ਹੈ। ਅੱਛਾ, ਤੇ ਮੈਂ ਇਸ ਲਈ ਰੈਫਰੈਂਸ ਦਿੱਤੀ ਹੈ ਕਿਉਂਕਿ ਅਗਰ ਤੁਸੀਂ ਵੇਖੋ ਕਿ ਬੇਸਿਸ ਜਿਹੜਾ ਹੈ ਇਕਨੋਮਿਕ ਡਿਸਟ੍ਰੀਬਿਊਸ਼ਨ ਦਾ, ਉਹ ਤੇ ਬਿਲਕੁਲ ਬਜਾ ਤੁਸੀਂ ਕਹਿ ਰਹੇ ਹੋ ਨਾ ਕਿ ਬਿਲਕੁਲ ਫਰਕ ਹੈ, ਨਈ ਕੰਡੀਸ਼ਨਸ ਹੈ, ਪਰ ਡਿਸਟ੍ਰੀਬਿਊਸ਼ਨ ਆਫ ਵੈਲ ਜਿਹੜੀ ਹੈ, ਹਾਲਾਂਕਿ ਆਮ ਇਨਸਾਨ ਦੀ ਕੁਆਲਿਟੀ ਆਫ ਲਾਈਫ ਬਹੁਤ ਚੰਗੀ ਹੋ ਗਈ ਹੈ ਕੰਪੇਅਰ ਟੂ ਪ੍ਰੀਵੀਅਸ eras, ਪਰ ਫਿਰ ਵੀ ਡਿਸਟ੍ਰੀਬਿਊਸ਼ਨ ਆਫ ਵੈਲਥ ਓਵਰਵੈਲਮਿੰਗਲੀ ਉਹਨਾਂ ਦੇ ਹੱਥਾਂ ਵਿੱਚ ਹੈ ਜਿਹੜੇ ਕੰਟਰੋਲ ਰੱਖਦੇ ਨੇ। ਤੇ ਅਮਰੀਕਾ ਦੀ ਵੀ ਡਿਸਟ੍ਰੀਬਿਊਸ਼ਨ ਵੈਲਥ ਪਿਛਲੇ 30 ਸਾਲਾਂ ਵਿੱਚ ਕਲੀਅਰਲੀ ਉੱਥੇ ਹੀ ਜਾ ਰਹੀ, ਉਸ ਡਾਇਰੈਕਸ਼ਨ ਵਿੱਚ ਜਾ ਰਹੀ। ਇਹ ਕਾਫੀ ਸਾਰੇ ਅਲੱਗ-ਅਲੱਗ ਡਾਇਨਾਮਿਕਸ ਹਨ, ਪਰ ਅਗਰ ਨਈ ਵੀ ਰਿਲੇਸ਼ਨਸ਼ਿਪ ਹੋਏ ਸਰਮਾਇਆਦਾਰਾਂ ਦੀ ਤੇ
ਲੋਕਾਂ ਦੀ, ਫਿਰ ਵੀ ਇਸ ਨੂੰ ਕਿਸ ਤਰ੍ਹਾਂ ਤੁਸੀਂ ਐਕਸਪਲੇਨ ਕਰੋ ਕਿ ਬੇਸਿਕ ਟੈਂਡੈਂਸੀ ਉਹੀ ਹੈ of wealth accumulation, control accumulation? ਤੁਸੀਂ ਆਪ ਹੀ ਆਪਣੀਆਂ ਗੱਲਾਂ ਨੂੰ ਨੇਗੇਟ ਵੀ ਕਰਦੇ ਜਾ ਰਹੇ ਹੋ। ਹਾਂਜੀ, ਉਹ ਤੇ ਮੇਰੀ ਆਦਤ ਹੈ। ਹਾਂਜੀ, ਇੱਕ ਤੇ ਕਿ ਬਈ ਇੱਕ ਬਦਲੀ ਵੀ ਬਹੁਤ ਆਈ ਹੈ ਤੇ ਹਾਂ। ਨਾਲ ਇਹ ਕਹਿ ਰਹੇ ਹੋ ਬਦਲੀ ਆਈ ਵੀ ਕੋਈ ਨਹੀਂ ਹੈ। ਅੱਛਾ, ਪਹਿਲੇ ਤਾਂ ਮੈਂ ਤੁਹਾਡੀ ਉਹ ਜੀਨ ਜਿਹੜਾ ਸੈਲਫਿਸ਼ ਜੀਨ ਵਾਲੀ ਕਿਤਾਬ ਮੈਂ ਵੀ ਬਹੁਤ ਗੌਰ ਨਾਲ ਪੜ੍ਹੀ ਹੈ। ਉਹਨੂੰ ਜਿਸ ਤਰੀਕੇ ਨਾਲ ਤੁਸੀਂ ਅਪਲਾਈ ਕਰ ਰਹੇ ਹੋ ਇਸ ਚੀਜ਼ ਦੇ ਉੱਤੇ, ਉਹ ਇੰਜ ਨਹੀਂ ਹੈ। ਮਤਲਬ ਇਹ ਹੈ ਕਿ ਜੇ ਜੀਨ ਨੂੰ ਕੋਲੈਕਟਿਵਿਟੀ ਦੇ ਵਿੱਚ ਅਗਰ ਜੀਨ ਜਿਹੜਾ ਹੈ ਉਹ ਇਹ ਨਤੀਜਾ ਕੱਢਦਾ ਹੈ ਕਿ ਉਹਦੀ ਜਿਹੜੀ ਲਾਈਫ ਹੈ ਜਾਂ ਉਹਦੀ ਜਿਹੜੀ ਪ੍ਰੋਕ੍ਰੀਏਸ਼ਨ ਹੈ ਉਹ ਕਲੈਕਟਿਵਿਟੀ ਦੇ ਵਿੱਚ ਬਿਹਤਰ ਹੈ ਤੇ ਉਹ ਕਲੈਕਟਿਵਿਟੀ ਚਲਾ ਜਾਏਗਾ। ਯਾਨੀ ਹੋਏਗਾ ਫਿਰ ਵੀ ਸੈਲਫਿਸ਼, ਲੇਕਿਨ ਸੈਲਫਿਸ਼ ਜਿਹੜਾ ਉਹ ਕਲੈਕਟਿਵਿਟੀ ਦੇ ਨਿਗੇਸ਼ਨ 'ਚ ਨਹੀਂ ਹੋਏਗਾ। ਲਿਹਾਜ਼ਾ ਉਹ ਗੱਲ ਉਂਝ ਹੈ। ਬਾਕੀ ਇਹ ਹੈ ਕਿ ਤੁਸੀਂ ਵੀ ਆਪਣਾ ਆਬਦ ਜੀ, ਤੁਸੀਂ ਵੀ ਸ਼ੁਰੂ ਤੋਂ ਜਿਹੜੇ ਐਗਜ਼ਿਸਟਿੰਗ ਸਿਸਟਮ ਨੇ ਉਹਨਾਂ ਨੂੰ ਹੀ ਤੁਸੀਂ ਫਾਈਨਲ ਸਮਝ ਕੇ ਤੇ ਮੁਸਤਕਬਲ ਦੇ ਬਾਰੇ 'ਚ ਫੈਸਲਾ ਕਰ ਰਹੇ ਹੋ। ਜਦੋਂ ਕਿ ਅਸੀਂ ਇਹ ਕਹਿ ਰਹੇ ਹਾਂ ਕਿ ਜੋ ਮਾਜ਼ੀ 'ਚ ਹੋਇਆ, ਪਾਸਟ ਵਿੱਚ ਹੋਇਆ, ਉਹਨੇ ਰਿਪੀਟ ਨਹੀਂ ਕਰਨਾ। ਪਹਿਲੀ ਗੱਲ ਤੇ ਹੈ ਕਿ ਸਭ ਤੋਂ ਵੱਡੀ ਤਬਦੀਲੀ ਤੇ ਇਹ ਹੋਣੀ ਹੈ ਕਿ ਜਿਹੜਾ ਬੰਦਾ ਹੈ ਉਹਦੀ ਮਿਹਨਤ ਦੀ ਲੋੜ ਨਹੀਂ ਹੈ, ਉਹਦੀ ਥਾਂ ਤੇ ਮਸ਼ੀਨਾਂ ਕੰਮ ਕਰਨੀਆਂ। ਇਹ ਕਦੀ ਵੀ ਨਹੀਂ ਹੋਇਆ ਇਸ ਚੀਜ਼। ਤੇ ਜੇ ਇਹ ਯੂਨੀਕ ਗੱਲ ਪਹਿਲੀ ਵਾਰੀ ਹੋ ਰਹੀ ਹੈ ਤੇ ਉਹਦੇ ਨਤੀਜੇ ਦੇ ਤੌਰ ਤੇ ਜਿਹੜੀਆਂ ਸੁਸਾਇਟੀਆਂ ਬਣਨੀਆਂ ਨੇ, ਉਹ ਸੁਸਾਇਟੀਆਂ ਜਿਹੜੀਆਂ ਨੇ ਉਹਨਾਂ ਦੀ ਬਣਤਰ ਵੀ ਜਿਹੜੀ ਹੈ ਉਹ ਅਗਲੇ ਪੱਧਰ ਦੀ ਔਰ ਯੂਨੀਕ ਹੋਣੀ ਹੈ। ਅਗਰ ਮੈਂ ਤੁਹਾਨੂੰ ਪੁੱਛਦਾ ਤੁਹਾਨੂੰ 20 ਸਾਲ ਪਹਿਲੇ ਕਿ ਤੁਸੀਂ ਇਹ ਦੱਸੋ ਕਿ ਕਿਆ ਇਹ ਮੁਮਕਿਨ ਹੈਗਾ ਕਿ ਬੰਦੇ ਦੀ ਮਿਹਨਤ ਟੋਟਲੀ ਰਿਡੰਡੈਂਟ ਹੋ ਜਾਵੇ ਔਰ ਉਹਦੀ ਜਗ੍ਹਾ ਕੰਪਿਊਟਰ ਜਾਂ ਰੋਬੋਟਸ ਲੈ ਲੈਣ, ਤੇ ਤੁਸੀਂ ਕਹਿਣਾ ਸੀ ਤੂੰ ਪਾਗਲ ਹੈ। ਲੇਕਿਨ ਇਹ ਹੋ ਰਿਹਾ, ਹੋ ਚੁੱਕਿਆ। ਇਸ ਲਈ ਇਹਨੂੰ ਮਾਜ਼ੀ ਔਰ ਹਾਲ ਨੂੰ ਹੀ ਸਾਰਾ ਕੁਝ ਸਮਝ ਕੇ ਫਿਊਚਰ ਦੇ ਵਿੱਚ ਪ੍ਰੋਜੈਕਟ ਨਾ ਜਿਹੜਾ ਪ੍ਰੈਜ਼ੈਂਟ ਸਿਚੁਏਸ਼ਨ ਨੂੰ ਇੱਕ ontological ਲੈਵਲ ਦੇ ਦੇਣਾ, ਇਹ ਮੇਰਾ ਖਿਆਲ ਗਲਤੀ ਹੈ ਇਹਨਾਂ ਆਰਗੂਮੈਂਟ। ਬਿਲਕੁਲ, ਮਤਲਬ ਇਹ ਹੈ ਕਿ ਜਿਹੜਾ ਬੰਦਾ ਪ੍ਰਿਮਿਟਿਵ ਸੁਸਾਇਟੀ ਦੇ ਵਿੱਚ ਗੁਲਾਮ ਸੀ, ਕਿਆ ਉਹ ਇਹ ਸੋਚ ਸਕਦਾ ਸੀ ਕਿ ਬੰਦਾ ਇੰਨਾ ਆਜ਼ਾਦ ਹੋਏਗਾ ਜਿੰਨੇ ਅਸੀਂ ਆਜ਼ਾਦ ਹਾਂ? ਉਹ ਸੋਚ ਹੀ ਨਹੀਂ ਸੀ ਸਕਦਾ। ਜੇ ਉਹ ਪ੍ਰੋਜੈਕਟ ਕਰਦਾ ਫਿਊਚਰ ਨੂੰ ਗੁਲਾਮੀ ਦੇ ਪੀੜ ਦੇ ਵਿੱਚ, ਉਹ ਗੁਲਾਮੀ ਦੀ ਹੀ ਐਕਸਟੈਂਸ਼ਨ ਹੋਣੀ ਸੀ। ਡਾਕਟਰ ਸਾਹਿਬ, ਲੇਕਿਨ ਸਰ ਇੱਕ ਚੀਜ਼ ਹੋਰ ਥੋੜੀ ਜਿਹੀ ਇਹਦੇ ਤੇ ਵੀ ਰੋਸ਼ਨੀ ਪਾਓ ਕਿ ਜਿਹੜੀ ਲੇਬਰ ਦੀ ਜਾਂ ਵਰਕਿੰਗ ਕਲਾਸ ਦੀ ਕਲੈਕਟਿਵ ਬਾਰਗੇਨਿੰਗ ਸਟਰੈਂਥ ਹੈ ਉਹ ਤੇ ਖਤਮ ਹੋ ਜਾਏਗੀ ਕਿ ਜ਼ਰੂਰਤ ਹੀ ਨਹੀਂ ਰਹੀ। ਜਿੱਥੇ 1000 ਬੰਦਾ ਚਾਹੀਦਾ ਸੀ ਉੱਥੇ ਅਗਰ 10 ਬੰਦੇ ਕੰਮ ਕਰਨਗੇ ਤੇ ਸਰ ਉਹ ਫਿਰ ਇੱਕ ਬੰਦਾ ਵੀ ਨਹੀਂ ਚਾਹੀਦਾ। ਸਰ ਚਲੋ ਮੈਂ ਥੋੜਾ ਜਿਹਾ ਫਿਰ ਵੀ ਰਾਤ ਦਿੱਤੀ ਹੈ। ਅੱਛਾ, ਤੇ ਉਹਦਾ ਜਵਾਬ ਆਪਣਾ ਨੂਰ ਸਾਹਿਬ ਉਹਦਾ ਜਵਾਬ ਰਾਣਾ ਸਾਹਿਬ ਨੇ ਬਿਲਕੁਲ ਠੀਕ ਦਿੱਤਾ ਹੈ ਕਿ ਫਿਰ ਜਿਹੜੀ ਬੰਦਿਆਂ ਦੀ ਕੰਜ਼ੰਪਸ਼ਨ ਦੀ ਪਾਵਰ ਹੈ ਉਹਦੇ ਉੱਤੇ ਬਾਰਗੇਨਿੰਗ ਹੋਏਗੀ। ਫਿਰ ਮਿਹਨਤ ਦੇ ਵੇਚਣ ਦੀ ਕੀਮਤ ਤੇ ਨਹੀਂ ਹੋਏਗੀ, ਫਿਰ ਕੰਜ਼ੰਪਸ਼ਨ ਪਾਵਰ ਤੇ ਹੋਏਗੀ। ਉਹ ਫਿਰ ਕੰਜ਼ੰਪਸ਼ਨ ਦੀ ਤੇ ਫਿਰ ਲੋੜਾਂ ਦੀ ਫੁਲਫਿਲਮੈਂਟ ਤੇ ਜਦੋਜਹਿਦ ਹੋਏਗੀ। ਚਲੋ ਕੁਝ ਪੋਸਿਬਿਲਿਟੀ ਨਜ਼ਰ ਆਉਂਦੀ ਹੈ ਕਿ ਸ਼ਾਇਦ ਕੁਝ ਸੋਚਾਂ ਬਦਲਣਗੀਆਂ, ਇਹ ਕਹਿ ਸਕਦੇ ਹਾਂ। ਇਹਨੇ ਪੂਰੀ ਹਿਸਟਰੀ ਤੁਸੀਂ ਦੇਖੋ, 8 ਘੰਟੇ ਦੇ ਕੰਮ ਦੀ ਜਿਹੜੀ ਜਦੋਜਹਿਦ ਸੀ ਇਹਨੂੰ 100 ਸਾਲ ਲੱਗੇ। ਨਹੀਂ ਤਾਂ ਸਰਮਾਏਦਾਰ ਤਾਂ 20 ਘੰਟੇ ਕੰਮ ਕਰਾਉਂਦੇ ਹੁੰਦੇ ਸੀ, 15 ਘੰਟੇ ਬੱਚਿਆਂ ਕਰਾਉਂਦੇ ਹੁੰਦੇ ਸੀ। ਹਫਤੇ ਦੀ ਤੁਸੀਂ ਇਹ ਦੇਖੋ ਨਾ, ਤੁਹਾਨੂੰ ਜਦੋਂ ਕੰਮ ਤੇ ਜਾਣ ਦੀ ਲੋੜ ਨਹੀਂ,
ਉਹਦੇ ਕੋਲੇ ਟਾਈਮ ਹੀ ਟਾਈਮ ਹੈ ਆਰਗੇਨਾਈਜ਼ ਕਰਨ ਦਾ, ਕਮਿਊਨੀਕੇਸ਼ਨ ਬਹੁਤ ਹਾਈ ਲੈਵਲ ਤੇ ਹੈ। ਫਿਰ ਤੁਸੀਂ ਸੋਚੋਗੇ ਕਿ ਬਈ ਤੁਸੀਂ ਸਮਾਜ ਨੂੰ, ਸੋਸਾਇਟੀ ਨੂੰ, ਸਟੇਟ ਨੂੰ ਜਾਂ ਕਮਿਊਨਿਟੀ ਨੂੰ ਵਧੀਆ ਤਰੀਕੇ ਨਾਲ ਕਿੱਦਾਂ ਚਲਾਉਣਾ, ਜਿਹਦੇ ਨਾਲ ਸਾਰਿਆਂ ਦੇ ਹੱਕਾਂ ਦੀ ਪੂਰਤੀ ਹੋਵੇ, ਸਾਰਿਆਂ ਦੀ ਲੋੜਾਂ ਪੂਰੀਆਂ ਹੋਣ। ਇੱਕ ਪਾਸੇ ਇਹ ਹੋਏਗਾ। ਹਲੇ ਅਸੀਂ ਹਾਂਜੀ ਚਲੋ ਜੀ, ਨਾਲੇ ਅਸੀਂ ਸਾਰੀਆਂ ਜਿਹੜੀਆਂ ਅਜ਼ੰਪਸ਼ਨਸ ਨੇ ਨਾ ਜੀ, ਉਹ ਇਸ ਵੇਲੇ ਦੇ ਆਪਣੇ ਸਿਸਟਮ ਔਰ ਨੌਲੇਜ ਦੇ ਹਿਸਾਬ ਨਾਲ ਕਰ ਰਹੇ ਹਾਂ। AI ਜਦੋਂ ਆਂਦੀ ਹੈ ਤੇ ਇਤਨੀ ਤੇਜ਼ੀ ਕੈਟਲਿਸਟ ਦੇ ਤੌਰ ਤੇ ਆਂਦੀ ਹੈ, ਉਹਦੀ ਪ੍ਰੈਡਿਕਸ਼ਨ ਜਿਹੜੀ ਹੈ ਆਪਣੇ ਇਸ ਵਕਤ ਦੇ ਨੌਲੇਜ ਦੇ ਨਾਲ ਨਹੀਂ ਹੋ ਸਕਦੀ। ਇਸ ਵਕਤ ਦੇ ਨੌਲੇਜ ਨਾਲ ਅਸੀਂ ਜੋ ਕਰ ਰਹੇ ਹਾਂ ਉਹ ਮੇਰਾ ਖਿਆਲ ਹੈ ਠੀਕ ਇੰਟਰਪ੍ਰੀਟੇਸ਼ਨ ਕਰ ਰਹੇ ਹਾਂ, ਲੇਕਿਨ ਅਨਫੋਲਡ ਹੋਣਗੀਆਂ ਜਿਵੇਂ ਚੀਜ਼ਾਂ ਅਨਫੋਲਡ ਹੋਣਗੀਆਂ, ਜਿਵੇਂ ਜਿਸ ਤੇਜ਼ੀ ਨਾਲ ਹੋਣਗੀਆਂ, ਉਸ ਤੋਂ ਬਾਅਦ ਉਸੇ ਸਪੀਡ ਨਾਲ ਜਿਵੇਂ ਹਿਸਟਰੀ ਚ ਹੁੰਦਾ ਰਿਹਾ ਉਸ ਤਰ੍ਹਾਂ ਨਹੀਂ ਹੋਏਗਾ। ਬਹੁਤ ਤੇਜ਼ੀ ਨਾਲ ਚੀਜ਼ਾਂ ਹੋਣਗੀਆਂ। ਤੇ ਜੋ ਅਸੀਂ ਇਸ ਵੇਲੇ ਸੋਚ ਰਹੇ ਹਾਂ ਕਿ ਸਾਡੀ ਡਿਫਰੈਂਟ ਇੱਕ ਤੇ ਕਨਫਲਿਕਟ ਕਲਾਸਿਸ ਦੇ ਡਿਫਰੈਂਟ ਕਿਸਮ ਦੇ ਆਣਗੇ ਜਿਹੜੇ ਕਿ ਸ਼ਾਇਦ ਅਸੀਂ ਇਮੇਜਿਨ ਵੀ ਨਹੀਂ ਕਰ ਰਹੇ। ਫਿਰ ਇਹਦਾ ਕਿ ਹਰ ਬੰਦੇ ਦੀ ਹਰ ਕਲਾਸ ਦੀ ਜਿਹੜੀ ਯੂਜ਼ੇਬਿਲਿਟੀ ਹੈ ਉਹ ਵੀ ਰੀਡਿਫਾਈਨ ਹੋਏਗੀ, ਜਿਹੜੀ ਸ਼ਾਇਦ ਸਾਡੇ ਅਸੀਂ ਉਹਨੂੰ ਅਜ਼ਿਊਮ ਵੀ ਨਹੀਂ ਕਰ ਪਾ ਰਹੇ। ਠੀਕ ਹੈ ਨਾ। ਫਿਰ ਇਹ ਹੈ ਨਾ ਕਿ ਜਿਨ੍ਹਾਂ ਦੇ ਕੋਲ ਡਾਟਾ ਹੈ, ਜਿਹੜੀ ਰੂਲਿੰਗ ਕਲਾਸ ਹੈ ਜਾਂ ਰੂਲ ਕਰ ਰਹੇ ਨੇ, ਉਹਨਾਂ ਦੇ ਤੇ ਜਿਹੜੀ ਰੂਲਡ ਕਲਾਸ ਹੈ ਜਾਂ ਜਿਹੜੀ ਅਬੰਡੈਂਟ ਕਲਾਸ ਹੈ, ਰਿਡੰਡੈਂਟ ਕਲਾਸ ਹੈ, ਉਹਦੇ ਤਲਕਾਤ ਦੀ ਨੋਈਅਤ ਕੀ ਹੋਏਗੀ, ਪੈਦਾਵਾਰੀ ਤਲਕਾਤ ਦੀ ਨੋਈਅਤ ਕੀ ਹੋਏਗੀ, ਉਹ ਵੀ ਅਸੀਂ ਗ੍ਰੈਸਪ ਨਹੀਂ ਕਰ ਪਾ ਰਹੇ। ਰਾਈਟ, ਸ਼ਾਇਦ ਇਸ ਵੇਲੇ ਅਸੀਂ ਨਹੀਂ ਕਰ ਪਾ ਰਹੇ, ਲੇਕਿਨ ਚੀਜ਼ਾਂ ਜਦੋਂ ਹਿਸਟਰੀ ਅਨਫੋਲਡ ਹੋ ਰਹੀ ਹੋਵੇ ਤੇ ਸ਼ਾਇਦ ਬੜੀ ਕਨਫਿਊਜ਼ਨ ਹੁੰਦੀ ਹੈ, ਧੁੰਦ ਹੁੰਦੀ ਹੈ, ਧੂਆਂ ਹੁੰਦਾ, ਬਾਅਦ ਚੀਜ਼ਾਂ ਸਾਨੂੰ ਕਲੀਅਰ ਨਜ਼ਰ ਨਹੀਂ ਆਉਂਦੀਆਂ। ਠੀਕ ਹੈ ਨਾ। ਅਸੀਂ ਆਪਣੇ ਪਿਛਲੇ ਨੌਲੇਜ ਦੀ ਬੇਸ ਤੇ ਜੋ ਅਸੀਂ ਪ੍ਰੈਡਿਕਟ ਕਰ ਸਕਦੇ ਹਾਂ ਉਹ ਅਸੀਂ ਕਰ ਰਹੇ ਹਾਂ। ਹਾਂਜੀ, ਮਤਲਬ ਇਹ ਹੈ ਕਿ ਅਸੀਂ ਜਨਰਲੀ ਹਿਸਟਰੀ ਦਾ ਜਿਹੜਾ ਟ੍ਰੈਂਡ ਹੈ ਉਹਨੂੰ ਸਾਹਮਣੇ ਰੱਖ ਰਹੇ ਹਾਂ। ਹਿਸਟਰੀ ਦਾ ਟ੍ਰੈਂਡ ਇਹ ਹੈ ਕਿ ਜਿਹੜੀ ਟੈਕਨੋਲੋਜੀਕਲ ਚੇਂਜ ਹੈ ਉਹ ਤੇਜ਼ ਤੋਂ ਤੇਜ਼ ਹੁੰਦੀ ਗਈ ਹੈ ਇਨਸਾਨੀ ਹਿਸਟਰੀ ਦੇ ਵਿੱਚ, ਤੇ ਹੁਣ ਜਿਹੜੀ ਸਟੇਜ ਆ ਗਈ ਹੈ ਉਹਦੇ ਵਿੱਚ ਉਹ ਬੇਮਿਸਾਲ ਤਰੀਕੇ ਦੇ ਨਾਲ ਜਿਹੜੀ ਹੈ ਉਹਨੇ ਤਬਦੀਲੀਆਂ ਲਿਆਉਣੀਆਂ ਨੇ। ਤੇ ਲਿਹਾਜ਼ਾ ਅਸੀਂ ਇਸ ਅਸੂਲ ਤੋਂ, ਮਾਜ਼ੀ ਦੇ ਅਸੂਲ ਤੋਂ, ਕਿ ਜਿਹੜਾ ਵੀ ਨਵਾਂ ਮੋਡ ਆਫ ਪ੍ਰੋਡਕਸ਼ਨ ਆਇਆ ਜਾਂ ਟੈਕਨੋਲੋਜੀਕਲ ਰੈਵੋਲੂਸ਼ਨ ਹੋਇਆ, ਉਹਦੇ ਵਿੱਚ ਸਰਮਾਇਆਦਾਰੀ ਦੇ ਪੀਰੀਅਡ ਦੇ ਅੱਜ ਤੱਕ ਦੇ ਵਿੱਚ ਇਨਸਾਨਾਂ ਦੀ ਜਨਰਲ ਹਾਲਤ ਜਿਹੜੀ ਹੈ ਉਹ ਬਿਹਤਰ ਹੋਈ ਹੈ। ਮਤਲਬ ਜਿਹੜੀ ਗੁਲਾਮ ਦੀ ਜਿਸ ਹਾਲਤ 'ਚ ਰਹਿ ਰਿਹਾ ਸੀ ਔਰ ਜਿਵੇਂ ਅੱਜ ਦਾ ਯੂਰਪ ਦਾ ਮਜ਼ਦੂਰ ਰਹਿ ਰਿਹਾ ਹੈ, ਉਹ ਇੱਕ ਜਿਹੀਆਂ ਹਾਲਤਾਂ ਨਹੀਂ ਹੈਗੀਆਂ। ਤੁਸੀਂ ਇੱਥੇ ਤੁਸੀਂ ਫਾਰਮੂਲਾ ਠੱਪਾ ਲਾ ਦਿਓ ਕਿ ਜੀ ਅਮੀਰ ਅਮੀਰ ਹੈ, ਗਰੀਬ ਗਰੀਬ ਹੈ। ਨਹੀਂ, ਤੁਸੀਂ ਇਹ ਦੇਖੋ ਨਾ, ਨਾਰਵੇ ਦੀ ਐਗਜ਼ਾਮਪਲ ਲੈ ਲਓ। ਅੱਜ ਤੋਂ 800 ਸਾਲ ਪਹਿਲਾਂ, 700 ਪਹਿਲਾਂ ਵਾਈਕਿੰਗ ਜਿਸ ਬੁਰੀ ਹਾਲਤ 'ਚ ਰਹਿ ਰਹੇ ਸੀਗੇ, ਤੇ ਅੱਜ ਨਾਰਵੇ ਦਾ ਕੰਪੈਰੀਜ਼ਨ ਕਰ ਲਓ, ਸਿਰਫ 700-800 ਸਾਲ ਦਾ, ਬਹੁਤ ਜ਼ਿਆਦਾ ਤਬਦੀਲੀ ਆਈ ਹੈ। ਉਹ ਸਾਰੇ ਇੱਥੇ ਬੜੀ ਪੁਰਾਣੀ ਗੱਲ ਤੁਸੀਂ ਕਰ ਰਹੇ ਹੋ। 60s ਦੇ ਵਿੱਚ, 50s ਦੇ ਵਿੱਚ ਅਸੀਂ ਪਿੰਡਾਂ ਜਿਸ ਹਾਲਤ 'ਚ ਰਹਿੰਦੇ ਸੀ, ਬਿਜਲੀ ਸਾਡੇ ਕੋਲ ਕੋਈ ਨਹੀਂ ਸੀ। ਉਸ ਤੋਂ ਬਾਅਦ ਵਸਾਇਲ ਨਹੀਂ ਸਨ, ਸਾਡੇ ਲੋਕਾਂ ਨੇ ਬੱਸ ਤੱਕ ਨਹੀਂ ਸੀ ਦੇਖੀ। ਸਾਡੇ ਪਿੰਡ ਕਾਰ ਆ ਜਾਂਦੀ ਸੀ ਤੇ ਅਸੀਂ ਹੱਥ ਲਾਣਾ ਸਾਦਤ ਸਮਝਦੇ ਹੁੰਦੇ ਸਾਂ। ਤੇ ਏਅਰ ਕੰਡੀਸ਼ਨਿੰਗ ਨਹੀਂ ਹੁੰਦੀ, ਏਅਰ ਕੰਡੀਸ਼ਨ ਨਹੀਂ ਸੀ ਹੁੰਦਾ, ਅਸੀਂ ਠੰਡੇ ਤੱਤੇ ਨਾਲ ਗੁਜ਼ਾਰਾ ਕਰਦੇ ਸਾਂ। ਯਾਨੀ ਸਾਡੀ ਆਪਣੀ ਏਜ ਦੇ ਵਿੱਚ ਇਤਨੀ ਬੇਪਨਾਹ ਸਾਨੂੰ ਸਹੂਲਤਾਂ ਮਿਲ ਗਈਆਂ, ਪਰੇਸ਼ਾਨ ਹੋ ਗਏ। ਮੈਂ ਨਾਰਵੇ ਦੀ ਐਗਜ਼ਾਮਪਲ ਖਾਸ ਕਰਕੇ ਦਿੱਤੀ ਹੈ। ਉਹ ਸੋਸ਼ਲ ਵੈਲਫੇਅਰ ਸਟੇਟ ਹੈ ਹੁਣ। ਹਾਂ ਸਹੀ। 500-600 ਸਾਲ ਤੱਕ ਕੁਝ ਵੀ ਨਹੀਂ ਹੁੰਦਾ ਹਿਸਟਰੀ 'ਚ।
ਜਿੱਥੋਂ ਤੱਕ ਆਪਣੇ ਤਜਰਬੇ ਦੀ ਗੱਲ ਹੈ, ਸਾਡੇ ਪਿੰਡ ਤਾਂ ਕੋਈ ਪੈਂਟ ਪਾ ਕੇ ਆ ਜਾਂਦਾ ਸੀ ਤਾਂ ਕੁੱਤੇ ਭੌਂਕਣ ਲੱਗ ਪੈਂਦੇ ਸੀ। ਸਹੀ ਗੱਲ ਹੈ। ਇਹ ਬਹੁਤ ਵਧੀਆ। ਹਾਂ, ਕੁੱਤੇ ਵੀ ਆਦੀ ਨਹੀਂ ਸੀ ਹੁੰਦੇ। ਹਾਂ ਬਿਲਕੁਲ, ਸਹੀ ਗੱਲ। ਉਹਨਾਂ ਨੂੰ ਲੱਗਦਾ ਸੀ ਕੋਈ ਰੋਕਦਾ। ਡਾਕਟਰ ਸਾਹਿਬ ਜ਼ਾਤੀ ਤੌਰ ਤੇ ਹੋਈ ਹੈ ਜੀ, ਔਰ ਇਹ ਕੋਈ ਪਿਛਲੇ 15-20 ਸਾਲ ਕਹਿ ਲਓ ਜਾਂ 20 ਸਾਲ ਪਹਿਲੇ ਹੀ ਮੰਡੀ ਸਾਦਕਗੰਜ ਇੱਕ ਬਾਰਡਰ ਏਰੀਆ ਦਾ ਭਾਵਲ ਨਗਰ ਵਿੱਚ ਇੱਕ ਟਾਊਨ ਹੈ, ਬਿਲਕੁਲ ਬਾਰਡਰ ਦੇ ਉੱਪਰ ਹੈ। ਉਸ ਤੋਂ ਅੱਗੇ ਉਹ ਕੰਮ ਕਰ ਰਹੇ, ਇੱਧਰ ਇਹ ਕਰ ਰਹੇ। ਸਰ ਮੈਂ ਉੱਥੇ ਵਿਜ਼ਿਟ ਕਰਨ ਗਿਆ ਤਾਂ ਮੇਰੇ ਪਿੱਛੇ ਅੱਧਾ ਪਿੰਡ, ਉਹ ਜਿਹੜਾ ਕਸਬਾ ਸੀ ਉਹ ਲੱਗ ਗਿਆ ਸੀ। ਮੈਂ ਪਤਲੂਨ ਪਾਈ ਤੌਰ ਤੇ ਹੋਈ। ਸਰ ਜੀ ਇਹ ਤੇ ਬੜੀ ਮਜ਼ੇਦਾਰ ਗੱਲ ਹੈ। ਮੈਂ ਬਸ ਆਪਣੀ ਪੋਜੀਸ਼ਨ ਥੋੜੀ ਜਿਹੀ ਕਲੈਰੀਫਾਈ ਕਰ ਰਿਹਾ ਸੀ, ਕਰਨਾ ਚਾਹੁੰਦਾ। ਉਹ ਹੈ ਕਿ ਮੈਂ ਤੇ ਬਿਲਕੁਲ ਮੁਤਫਿਕ ਹਾਂ ਕਿ ਜੋ ਤੁਸੀਂ ਗੱਲਾਂ ਕਰ ਰਹੇ ਹੋ ਬਿਲਕੁਲ ਸਹੀ ਹੈ। ਮੈਂ ਸਿਰਫ ਇਸ ਗੱਲ ਤੇ ਤੁਹਾਡੇ ਤੋਂ ਸਵਾਲ ਪੁੱਛਿਆ ਸੀ ਕਿ ਇਹ ਜਿਹੜਾ ਕੰਟਰੋਲ ਫੈਕਟਰ ਹੈ ਨਾ, ਜਿਹੜੀ ਵੀ ਕਲਾਸਾਂ ਹੋਣ ਅੱਗੇ ਜੋ ਵੀ ਹੋਏ, ਇੱਕ ਤਬਕਾ ਹੁੰਦਾ ਹੈ ਜਿਹੜਾ ਕਹਿੰਦਾ ਮੈਨੂੰ ਪਤਾ ਹੈ ਦੁਨੀਆ ਕਿਸ ਤਰ੍ਹਾਂ ਚੱਲਣੀ ਚਾਹੀਦੀ। ਉਹ ਕੰਟਰੋਲ ਫੈਕਟਰ ਜਿਹੜਾ ਹੈ ਉਹ ਹਮੇਸ਼ਾ ਕੰਟਰਡਿਕਸ਼ਨ ਦੀ ਬੇਸਿਸ ਬਣੇਗਾ, ਕਿਉਂਕਿ ਉਹ ਕਲਾਸ ਤੇ ਬੇਸ ਹੋਏ ਨਾ ਹੋਏ, ਕਿਸ ਤਰ੍ਹਾਂ ਵੀ ਹੋਏ, ਅੱਗੇ ਮੈਨੂੰ ਪ੍ਰੈਡਿਕਟ ਕਰਨਾ ਤੇ ਬੜਾ ਮੁਸ਼ਕਿਲ ਹੈ। ਟੈਕਨੋਲੋਜੀ ਨੂੰ ਦਾ ਕੋਈ ਮਸਲਾ ਨਹੀਂ ਇੱਥੇ। ਮੈਂ ਬਸ ਇਹ ਕਹਿ ਰਿਹਾ ਕਿ ਇੰਨੀ ਸਪੀਡ ਨਾਲ ਚੇਂਜਸ ਆ ਰਹੀਆਂ, ਜਿਹੜੀ ਕੰਟਰਡਿਕਸ਼ਨ ਹੋਣਗੀ ਉਹ ਇੱਕ ਕੰਟਰੋਲ ਫੈਕਟਰ ਤੇ ਹੋਣਗੀ। ਮੈਨੂੰ ਤਾਂ ਇਹ ਲੱਗਦਾ। ਦੇਖੋ ਤੁਸੀਂ ਇਹ ਨਤੀਜਾ ਪ੍ਰੀ ਆਰਟੀਫਿਸ਼ਲ ਇੰਟੈਲੀਜੈਂਸ ਦੇ तमाम ਪੀਰੀਅਡ ਨੂੰ ਦੇਖਦਿਆਂ ਕੱਢਿਆ। ਇਹ ਨਤੀਜਾ ਤੁਸੀਂ ਉਸ ਜ਼ਮਾਨੇ ਦਾ ਕੱਢਿਆ। ਅੱਛਾ, ਜੇ ਅਸੀਂ ਤੁਹਾਨੂੰ ਕਹੀਏ ਕਿ ਜਿਹੜੀ ਇਹ ਸਾਰੇ ਨਤੀਜੇ ਤੁਸੀਂ ਕੰਟਰੋਲ ਵਾਲੇ ਕੱਢੇ ਨੇ, ਅਗਰ ਉਹ ਜਿਹੜੇ ਨੇ ਆਰਟੀਫਿਸ਼ਲ ਇੰਟੈਲੀਜੈਂਸ ਦੇ ਪੀਰੀਅਡ ਦੇ ਵਿੱਚ ਉਵੇਂ ਅਪਲਾਈ ਨਹੀਂ ਹੋਣਗੇ ਜਿਵੇਂ ਪਹਿਲੇ ਹੋ ਰਹੇ ਸਨ, ਹੁਣ ਕਲੈਕਟਿਵ ਜਿਹੜੀ ਹੈ ਉਹ ਕੰਟਰੋਲ ਹੋਏਗਾ, ਤੇ ਤੁਸੀਂ ਕਹੋਗੇ ਜੀ ਨਹੀਂ ਇਹਦੀ ਤੇ ਮਾਜ਼ੀ ਤੇ ਨਹੀਂ ਕੋਈ ਮਿਲਦੀ। ਹਾਂ, ਮਾਜ਼ੀ ਦੇ ਵਿੱਚ ਤੇ ਇਹਦੀ ਕੋਈ ਐਵੀਡੈਂਸ ਨਹੀਂ ਮਿਲਦੀ, ਕਿਉਂਕਿ ਇਹ ਟੈਕਨੋਲੋਜੀ ਹੈ ਹੀ ਨਹੀਂ ਸੀ। ਤੇ ਇਹਦੀ ਐਵੀਡੈਂਸ ਕਿੱਥੋਂ ਹੋਣੀ ਸੀਗੀ? ਦੂਜੀ ਗੱਲ ਇਹ ਹੈ ਕਿ ਇਹ ਬਹੁਤ ਮੁੱਢਲੀ ਡਿਸਕਸ਼ਨ ਦਾ ਹਿੱਸਾ ਹੈ ਆਈਡੀਅਲਿਸਟਾਂ ਔਰ ਮਟੀਰੀਅਲਿਸਟਾਂ ਦੇ ਦਰਮਿਆਨ ਕਿ ਕਿਆ ਇਨਸਾਨ ਦੀ ਕੋਈ ਫਿਤਰਤ ਹੈ ਕਿ ਨਹੀਂ। ਮਤਲਬ ਜਦੋਂ ਤੁਸੀਂ ਕਹਿੰਦੇ ਹੋ ਕੰਟਰੋਲ ਕਰਨ ਦਾ, ਤੇ ਤੁਸੀਂ ਇਹ ਮੰਨ ਰਹੇ ਹੋ ਕਿ ਇਨਸਾਨ ਦੀ ਇੱਕ ਫਿਤਰੀ ਉਹਦੀ ਲੋੜ ਹੈਗੀ ਆ, ਜਿਹਦੇ ਮੁਤਾਬਕ ਉਹ ਕੰਟਰੋਲ ਕਰਨਾ ਚਾਹੁੰਦਾ ਹੈ। ਲੇਕਿਨ ਜਿਹੜੇ ਮਟੀਰੀਅਲਿਸਟ ਨੇ ਔਰ ਜਿਹੜੇ ਮਟੀਰੀਅਲ ਫਿਲਾਸਫਰ ਨੇ, ਉਹ ਇਸ ਇਨਸਾਨ ਦੀ ਜਿਹੜੀ ਇਨਹੈਰੈਂਟ ਹੈਗੀ ਹੈ ਫਿਤਰਤ, ਉਹਨੂੰ ਨਹੀਂ ਉਹ ਮੰਨਦੇ। ਉਹ ਕਹਿੰਦੇ ਨੇ ਕਿ ਜਿਵੇਂ ਜਿਹੜੇ ਐਕਸਟਰਨਲ ਔਰ ਆਬਜੈਕਟਿਵ ਸਰਕਮਸਟੈਂਸਸ ਬਦਲਦੇ ਨੇ, ਉਵੇਂ ਹੀ ਜਿਹੜਾ ਇਨਸਾਨ ਹੈ ਉਹਦੀ ਸੋਚ ਔਰ ਉਹਦੀ ਜਿਹਨੂੰ ਤੁਸੀਂ ਫਿਤਰਤ ਕਹਿੰਦੇ ਉਹ ਵੀ ਬਦਲ ਜਾਂਦੀ ਹੈ। ਮਤਲਬ ਇਹ ਹੈ ਕਿ ਅੱਜ ਅਗਰ ਤੁਸੀਂ ਇੱਕ ਮੁੰਡੇ ਨੂੰ ਜੰਮਦਿਆਂ ਹੀ ਜੰਗਲ ਛੱਡ ਦਿਓ, ਤੇ ਉਹਦੀ ਉਠਾਨ ਜਿਹੜੀ ਹੋਏਗੀ ਉਹ ਜਾਨਵਰਾਂ ਵਾਂਗ ਹੋਏਗੀ, ਔਰ ਉਹ ਜਾਨਵਰਾਂ ਦੇ ਤਰੀਕੇ ਨਾਲ ਸੋਚੇਗਾ। ਲੇਕਿਨ ਇਹ ਹੈ ਕਿ ਜੇ ਤੁਸੀਂ ਉਹਨੂੰ ਅੱਜ ਮੋਸਟ ਮਾਡਰਨ ਸੁਸਾਇਟੀ ਦੇ ਵਿੱਚ ਉਸੇ ਵੇਲੇ ਪੈਦਾ ਹੋਣ ਵਾਲੇ ਬੱਚੇ ਨੂੰ ਕਰੋ, ਤੇ ਉਹਨਾਂ ਦੋਵਾਂ ਦੀ ਕੋਈ ਕਾਮਨ ਫਿਤਰਤ ਨਹੀਂ ਹੋਏਗੀ, ਨਾ ਹੋਈ ਹੈ। ਤੁਸੀਂ ਦੇਖੋ ਨਾ, ਪਿੰਡ ਤੋਂ ਜਿਹੜੇ ਬੰਦੇ ਇੱਥੇ ਆਉਂਦੇ ਆ, ਉਹਨਾਂ ਦੇ ਨਿਆਣੇ ਇੱਥੇ ਪੈਦਾ ਹੁੰਦੇ ਆ, ਉਹਨਾਂ ਦੀ ਫਿਤਰਤ ਜਾਂ ਉਹਨਾਂ ਦੀ ਸੋਚ, ਜਿਹੜੇ ਪਿੰਡ 'ਚ ਉਹਨਾਂ ਦੇ ਰਿਸ਼ਤੇਦਾਰ ਨਿਆਣੇ ਉਸੇ ਉਮਰ ਦੇ, ਉਹਨਾਂ ਜ਼ਮੀਨ ਅਸਮਾਨ ਦਾ ਫਰਕ ਹੈ। ਬਿਲਕੁਲ। ਮਤਲਬ ਇਹ ਹੈ ਕਿ ਜੇ ਤੁਸੀਂ ਇਹ ਕਹਿੰਦੇ ਹੋ ਕਿ ਇਨਸਾਨ ਦੀ ਫਿਤਰਤ ਜਿਹੜੀ ਹੈ ਉਹ ਅਨਚੇਂਜੇਬਲ ਔਰ ਇਟਰਨਲ ਹੈ, then there is another discussion, and for me that
ਡਿਸਕਸ਼ਨ ਇਜ਼ ਆਲਮੋਸਟ ਕੰਕਲੂਡਡ ਕਿ ਇਨਸਾਨ ਦੀ ਕੋਈ ਫਿਤਰਤ ਨਹੀਂ ਹੁੰਦੀ, ਉਹਦੇ ਜਿਹੜੇ ਹਾਲਾਤ ਜਿਨ੍ਹਾਂ ਚੋਂ ਪੈਦਾ ਹੁੰਦਾ ਹੈ, ਜਿਨ੍ਹਾਂ ਚੋਂ ਆਪਣਾ ਪਰਵਰਿਸ਼ ਕਰਦਾ ਹੈ, ਜਿਨ੍ਹਾਂ ਚੋਂ ਵੱਡਾ ਹੁੰਦਾ ਹੈ, ਉਹ ਉਹਦੀ ਜਿਹੜੀ ਉਹਦੀ ਫਿਤਰਤ ਜਾਂ ਜੋ ਵੀ ਹੈ ਉਹਨੂੰ ਬਣਾਉਂਦੇ ਨੇ। ਤੇ ਆਬਦ ਕਾਮਰਾਨ ਹੋਣੀ ਸ਼ਹਿਰ ਦੇ ਵਿੱਚ ਇੱਕ ਅਰਿਸਟੋਕਰੈਟਿਕ ਫੈਮਿਲੀ ਜੰਮੇ, ਤੇ ਉਹ ਮੈਂ ਪਿੰਡ ਵਿੱਚ ਜੰਮਿਆ ਇੱਕ ਕੀ ਕਹਿੰਦੇ ਨੇ ਕਿਸਾਨ ਘਰਾਣੇ 'ਚ। ਤੇ ਇਸ ਵਾਸਤੇ ਸਾਡਿਆਂ ਰਵੱਈਆਂ ਦੇ ਵਿੱਚ ਫਰਕ ਜਿਹੜਾ ਹੈ ਉਹ ਦੱਸਦਾ ਹੈ ਕਿ ਸਾਡੀ ਕਾਮਨ ਫਿਤਰਤ ਨਹੀਂ ਹੈਗੀ। ਮੇਰਾ ਖਿਆਲ ਹੈ ਡਾਕਟਰ ਸਾਹਿਬ ਇੱਕ ਜਿਹੜਾ ਸਮੈਸਟਰ ਹੋਣਾ ਚਾਹੀਦਾ ਅਨਲਰਨਿੰਗ ਦਾ ਪਾਸਟ, ਠੀਕ ਹੈ ਨਾ। ਇਹ ਜਿਹੜਾ ਅਕੀਦੇ ਹੈ ਨਾ ਜੀ ਸਾਡੇ ਪੱਕੇ ਹੋਏ ਰਾਜ਼, ਕੱਚੀ ਹੱਡਾਂ ਵਿੱਚ ਰਚੀ ਹੈ ਨਾ ਜਿਹੜੀ, ਇਹ ਜ਼ਰਾ ਕੱਢਣੀ ਵਾਸਤੇ ਨਾ ਇੱਕ ਕਲਾਸ ਹੋਣੀ ਚਾਹੀਦੀ। ਔਖਾ ਕੰਮ ਇਹ ਹੋ ਗਿਆ ਜੀ ਸਾਡੇ ਸਾਰਿਆਂ ਲਈ। ਹਾਂ, ਤਾਂ ਕਿ ਮਤਲਬ ਇਹ ਜਿਹੜੀ ਕੱਚੀ ਹੱਡਾਂ 'ਚ ਰਚੀ ਹੈ ਨਾ ਜੀ, ਇਹਨੂੰ ਕੱਢਣਾ। ਹੈਲੋ, ਇੱਕ ਸਮੈਸਟਰ ਇਹਦਾ ਹੋਣਾ ਚਾਹੀਦਾ। बड़ी चंगी गाल है, बहुत रेलेवेंट। डॉक्टर साहब मैं कुछ बोला? बोलो जी बोलो। हेलो, बोलो। हाँ जी ਇਹ ਜਿਵੇਂ ਆਪਾਂ ਮਤਲਬ ਕਾਫੀ ਲੋਕ ਗੱਲ ਕਰਦੇ ਨੇ ਫਿਤਰਤ ਹੈ ਜੋ ਵੀ ਹੈ, ਮੈਨੂੰ ਇਹ ਲੱਗਦਾ ਵੀ ਉਹ ਇਨਸਾਨ ਦੀ ਸੋਚ ਕਿਵੇਂ ਬਣਦੀ ਹੈ, ਉਹਨੂੰ ਜਿਹੜੀ ਸਮਝਣ ਦਾ ਜ਼ੋਰ ਲੱਗਦਾ ਹੈ, ਜਿਹੜਾ ਮਤਲਬ ਮਿਹਨਤ ਕਰਨੀ ਪੈਂਦੀ ਹੈ, ਉਹਦੇ ਤੋਂ ਬਚਣ ਦਾ ਤਰੀਕਾ ਹੈ। ਇਹ ਫਿਤਰਤ ਬੋਲ ਦੋ ਕੁਛ ਅੱਗੇ, ਮਤਲਬ ਉਹਨੂੰ ਅੰਡਰਸਟੂਡ ਕਰਨ ਦੀ ਲੋੜ ਨਹੀਂ ਹੈਗੀ। ਜਿਵੇਂ ਆਪਾਂ ਕਹਿੰਦੇ ਆ ਵੀ ਇਨਸਾਨ ਦੀ ਫਿਤਰਤ ਨਾਮ ਦੀ ਕੋਈ ਚੀਜ਼ ਤਾਂ ਹੁੰਦੀ ਨਹੀਂ, ਕਿਉਂਕਿ ਇਨਸਾਨ ਦੀ ਸੋਚ ਤਾਂ ਮਟੀਰੀਅਲਿਸਟਿਕ ਕੰਡੀਸ਼ਨ ਦੇ ਮੁਤਾਬਿਕ ਬਣਦੀ ਹੈ। ਵੀ ਇਹ ਸ਼ਾਇਦ ਇਹ ਜਿਹੜਾ ਚਲਨ ਹੈ, ਕਾਫੀ ਸਾਰੇ ਲੋਕ ਕਹਿੰਦੇ ਨੇ ਫਿਤਰਤ ਹੈ ਇਨਸਾਨ ਦੀ ਪੁਰਾਣੀ, ਵੀ ਉਹਨੂੰ ਸਮਝਣ ਤੋਂ ਬਚਣਾ ਚਾਹੁੰਦੇ ਨੇ ਕਿਤੇ ਨਾ ਕਿਤੇ, ਕਿਉਂਕਿ ਉਹ ਇੱਕ ਬੜਾ ਵਰਕਿੰਗ ਵਾਲਾ ਕੰਮ ਹੈ, ਦਿਮਾਗ ਨੂੰ ਮਿਹਨਤ ਕਰਨ ਵਾਲਾ ਕੰਮ ਹੈ। ਮੈਨੂੰ ਇਹ ਲੱਗਦਾ ਨਾਲੇ ਉਹ ਜਿਹੜੇ ਆਈਡੀਆਜ਼ ਹੈਗੇ ਆ, ਉਹ ਰੂਲਿੰਗ ਕਲਾਸਿਸ ਦੇ ਆਈਡੀਆਜ਼ ਹਮੇਸ਼ਾ ਡੋਮੀਨੈਂਟ ਆਈਡੀਆਜ਼ ਹੁੰਦੇ ਕਿਸੇ ਵੀ ਸਮਾਜ 'ਚ। ਬਾਬਾ ਮਾਰਕਸ ਕਹਿੰਦਾ ਨਾ ਕਿ ਰੂਲਿੰਗ ਆਈਡੀਆ ਕਲਾਸ ਡਿਵਾਈਡਡ ਸੋਸਾਇਟੀ ਔਰ ਆਈਡੀਆਜ਼ ਆਫ ਦਾ ਰੂਲਿੰਗ ਕਲਾਸ। ਉਹਨਾਂ 'ਚੋਂ ਇੱਕ ਇਹ ਆਈਡੀਆ ਵੀ ਹੈ ਕਿ ਰੱਬ ਨੇ ਤੁਹਾਨੂੰ ਗੁਲਾਮ ਬਣਾਇਆ, ਤੁਹਾਡਾ ਫਰਜ਼ ਹੈ ਤੁਸੀਂ ਸਾਡੀ ਸੇਵਾ ਕਰੋ। ਤੇ ਇਹ ਜਿਹੜਾ ਇਹ ਹਾਂਜੀ ODA ਦੀ ਫਿਤਰਤ ਹੈ, ਇਹ ਕਦੇ ਬਦਲ ਨਹੀਂ ਸਕਦੀ। ਮਾਡਰਨ ਐਗਜ਼ਾਮਪਲ ਜਿਹੜੀ ਹੈਗੀ ਹੈ ਨਾ ਜੀ, ਜਿਵੇਂ ਡਾਕਟਰ ਇਜਾਜ਼ ਸਾਹਿਬ ਨੇ ਕਿਹਾ ਕਿ ਤੁਸੀਂ ਬੱਚੇ ਨੂੰ ਅਗਰ ਜੰਗਲ ਛੱਡ ਆਓ ਤੇ ਉਹ ਉੱਥੇ ਦੀਆਂ ਸਾਰੀ ਚੀਜ਼ਾਂ ਉਹ ਸਿੱਖ ਜਾਏਗਾ। ਇਹਦੀ ਮਾਡਰਨ ਮਿਸਾਲ ਹੈ ਜਦੋਂ ਤੁਸੀਂ ਮੋਬਾਈਲ ਫੋਨ ਲੈ ਕੇ ਆਉਂਦੇ ਹੋ ਨਾ ਜੀ, ਪਹਿਲੀ ਵਾਰੀ ਖਰੀਦਦੇ ਹੋ ਤੇ ਉਹਦੇ 'ਚ ਉਹਨੂੰ ਤੁਸੀਂ ਸਿਖਾਉਂਦੇ ਹੋ ਕਿ ਬਈ ਕਿਹੜੀ ਸਿਸਟਮ ਇਸਤੇਮਾਲ ਕਰਨਾ, ਕਿਹੜੀ ਲੈਂਗੁਏਜ ਹੋਏਗੀ, ਕਿ ਤੂੰ ਕਿਵੇਂ ਬੋਲਣਾ ਹੈ, ਤੂੰ ਇਹ ਕਰਨਾ। ਐਕਚੁਅਲੀ ਅਸੀਂ ਬੱਚਾ ਇਸੇ ਤਰ੍ਹਾਂ ਹੀ ਰॉ ਪੈਦਾ ਹੁੰਦਾ ਤੇ ਬਾਕੀ ਸਿਸਟਮਸ ਅਸੀਂ ਉਹਦੇ ਤੇ ਲਿਖਨੇ ਆ, ਮੁਆਸ਼ਰਾ ਲਿਖਦਾ ਹੈ। ਇਹ ਉਹਦੀ ਇੱਛਾ। ਹਾਂਜੀ, ਹੋਰ ਕੋਈ ਗੱਲ? सर मैं कुछ बात रख सकता हूँ? जी करो। कौन साहब है? मैं ना पता दो साईं। हाँ जी साहब, मैं संजय हूँ। मैं यहाँ इंडिया सागर से, मैं एक कंप्यूटर टीचर हूँ। आप लोगों की बातों में कुछ जो मुझे थोड़ा सा द्वंद्व मन में आ रहा है वो रखना चाह रहा हूँ आपके पास। जी करो जी। ये तो एक तो ये है कि हर समय की जो भी जो कैपिटलिस्ट ग्रुप है, वो जब भी उसने समाज में अपनी जरूरत के मुताबिक सभी को शिक्षित किया है एक समय पे, और उसके बाद वो खुद प्रतिक्रियावादी स्थिति में आके खड़ा हो गया है पूंजीवाद। और ये जिस स्थिति में है, जैसे कि किसी बच्चे का पैदा होना, उसकी जवानी आना, उसका बुढ़ापा आना तय होता है, सामाजिक स्थितियों के साथ भी लगभग यही है। एवरीथिंग विच इज स्टार्ट, डेवलप एंड देन डिफेंड, वो खत्म होती है। हर चीज के साथ है। इंसान के अलावा सामाजिक स्ट्रक्चर भी इसी तरह से
वो पैदा होते हैं, उनका विकास होता है और फिर खत्म। तो अभी तक जैसे देखें कि पुराने समय की जो समय था राजाओं का, वो भी गया, लोकतंत्र आया। लोकतंत्र जिस भी अवस्था में अभी है, शैशवावस्था में है, यंग है, या कहीं कहीं एरिया वाइज, और पूंजीवाद भी जो धीरे धीरे आया है, ये बड़ा शुरुआत में प्रोग्रेसिव था। इसने समाज में जितने भी परिवर्तन लोगों को इतने बड़े लेवल पर जो एक स्थितियां प्रदान की है, उसमें इन कैपिटलिस्टों का बड़ा हाथ है। लेकिन तब जब एक स्थिति के बाद उन्होंने देखा कि अगर इसमें अगर और बढ़ाएंगे तो फिर वो खतरे में आ जाएंगे, इस क्रम में उन्होंने इस चीज को, वो खुद ही अपने आप के पैरों में कुल्हाड़ी मारना उन्होंने वहां से शुरू कर दिया। और आज जिस तरह से पूंजी को लेकर के पूरी दुनिया में जिस तरह की खींचातान बड़े बड़े देशों में है, वो यही बात बताती है, जैसे समुद्र में एक बड़ी मछली हर छोटी मछली को खा के बड़ी होकर एक बड़ी मछली बनना चाहती, वैसे ही कैपिटलिस्ट कंडीशन भी इसी तरह से है कि सारी पूंजी, वित्तीय पूंजी, तमाम पूंजी एक के इस पोजीशन में आना है। लेकिन अमर जी, ये बातें तो हमें पता है, पर आपका सवाल क्या है? नहीं, माफ करिएगा, मैं शायद मुझे पहले क्षमा चाहता हूँ आप सबसे, मैं बहुत छोटा हूँ। मेरी कोई इस तरह की जो बातचीत मुझे जिसमें ऐसा कुछ लगे, उसके लिए क्षमा चाहता हूँ। मैं केवल ये बात रख रहा था, जैसे आर्टिफिशियल इंटेलिजेंस को लेकर के जिस तरह की धारणा बन रही है, जो कि अभी मैंने महसूस की, तो मेरा ये कहना है कि ये जो आर्टिफिशियल इंटेलिजेंस समाज में जिस तरह से आएगी, तो उससे जनता शिक्षित भी होगी, उनके साथ उसका कॉन्ट्रडिक्शन भी पड़ा तैयार होगा। एक जो थ्योरी है वो इसके साथ तैयार जरूर होगी। आर्टिफिशियल इंटेलिजेंस का आना समाज में जिस तरह है, मेरा उसको लेकर के बस था, और कोई मैं ज्यादा बात नहीं करना चाहता हूँ। आप काफी, सभी लोग काफी मुझसे नहीं, आप हर कह रहे थे मामले कोई में आ गए सवाल हैं। था। नहीं, मैं सवाल, आपका कोई सवाल था तो नहीं, अपना जसपाल वो अपनी राय देना चाहते थे और उन्होंने राय दे दी। जी, और उन्होंने जो अमूमी राय दी है, वो जो हम कह रहे हैं उसके साथ मैच करती है ज्यादा। हाँ, और बिल्कुल। उनके इन्होंने कहा कि इनके कुछ सवाल थे, कह रहे थे अच्छा, कोई वो बंद है इसके दिल। हम जब बात ਅਸੀਂ ਜਦੋਂ ਗੱਲ ਕਰਨੇ ਆ ਨਾ, ਤੇ ਅਸੀਂ ਉਹ ਕੁਝ ਲਫ਼ਜ਼ ਬੋਲ ਜਾਂਦੇ ਆ। ਤੇ ਅੱਛਾ, ਮੈਂ ਤੁਹਾਨੂੰ ਆਪਣਾ ਮੀਟਿੰਗ ਖਤਮ ਹੋਣ ਤੋਂ ਪਹਿਲੇ ਮੈਂ ਸ਼ੁਰੂ ਚ ਗੱਲ ਕੀਤੀ ਸੀ, ਤੁਸੀਂ ਸਾਰੇ ਨਹੀਂ ਸੋ ਆਏ, ਤੇ ਹੁਣ ਮੈਂ ਉਹ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਇਹ ਫੈਸਲਾ ਕੀਤਾ ਹੈ ਕਿ ਇਹ ਮੀਟਿੰਗ ਜਿਹੜੀ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਔਰ ਡਾਇਲੈਕਟ੍ਰਿਕਸ ਵਾਲੀ, ਇਹ ਅਸੀਂ ਹੁਣ ਫੋਰਟਨਾਈਟਲੀ ਕਰਾਂਗੇ, ਵੀਕਲੀ ਨਹੀਂ ਕਰਾਂਗੇ। ਜੀ ਸਰ। ਅੱਛਾ, ਇਹਦੇ ਨਾਲ ਅਸੀਂ ਜਿਹੜਾ ਇਹ ਸਾਡੇ ਕੋਲ ਜਿਹੜਾ ਟਾਈਮ ਬਚੇਗਾ ਫੋਰਟਨਾਈਟਲੀ, ਉਹਦੇ ਵਿੱਚ ਰਾਈਜ਼ ਆਫ ਪੈਟਰੀਆਰਕੀ ਐਂਡ ਵੂਮਨ ਡੈਗਰੇਡੇਸ਼ਨ, ਇਹਦੇ ਉੱਤੇ ਅਸੀਂ ਨਵੀਂ ਕਲਾਸ ਕਰਾਂਗੇ। ਔਰ ਇਹ ਹਫਤੇ 'ਚ 2 ਘੰਟੇ ਦੀ ਕਲਾਸ ਹੋਏਗੀ ਫੋਰਟਨਾਈਟਲੀ। ਜੀ ਸਰ, ਜੀ। ਤੇ ਇਹਦੇ ਵਿੱਚ ਇਹ ਹੈ ਕਿ ਬਕਾਇਦਾ ਕਲਾਸ ਹੋਏਗੀ, ਤੇ ਇਹਦੇ 'ਚ ਫੀਸ ਦੇ ਕੇ ਦਾਖਲਾ ਲੈਣਾ ਪਏਗਾ। ਔਰ ਉਹ ਜਿਹੜਾ ਫੀਸ ਹੈ, ਤੁਹਾਨੂੰ ਪਤਾ ਹੈ ਕਿ ਉਹ ਬਾਹਰ ਮੁਲਕਾਂ ਦੇ ਵਿੱਚ ਅਸੀਂ ਵੀ $120 ਰੱਖਿਆ ਹੈ, ਲੇਕਿਨ ਇਸ ਕੋਰਸ ਲਈ ਕਿਉਂਕਿ ਫੋਰਟਨਾਈਟਲੀ ਹੋਏਗਾ, ਅਸੀਂ $60 ਲਾਂਗੇ ਬਾਹਰ ਵਾਲਿਆਂ ਕੋਲੋਂ। ਇੱਕ ਗੱਲ। ਤੇ ਦੂਜੀ ਗੱਲ, ਜਿਹੜਾ ਆਪਣਾ ਪਾਕਿਸਤਾਨ ਹੈ ਉਹਦੇ ਵਿੱਚ ਉਹੀ ਹੋਏਗਾ, ਕਿਉਂਕਿ ਪਹਿਲੇ ਹੀ ਬਹੁਤ ਥੋੜਾ, ਉਹਨੂੰ ਅਸੀਂ ਘੱਟ ਕੀ ਕਰੀਏ 2000। ਤੇ ਹਿੰਦੁਸਤਾਨ ਦੇ ਵਿੱਚ ਵੀ 2000 ਹੈ, ਉਹਨੂੰ ਅਸੀਂ 1000 ਕਰ ਸਕਦੇ ਹਾਂ। ਤੇ ਇਹ ਤੁਸੀਂ ਦੇਣ ਚ ਰੱਖੋ। ਇਹ ਜਦੋਂ ਅਸੀਂ ਇਹਨੂੰ ਕਰਾਂਗੇ ਕਿ ਕਦੋਂ ਕਲਾਸ ਸ਼ੁਰੂ ਹੋਏਗੀ, ਤੇ ਤੁਸੀਂ ਉਹਦੇ ਲਈ रजिस्टर ਤੁਹਾਨੂੰ करना पड़ेगा। हाँ जी, मैं समझ गया जी, थैंक यू। मतलब ये बात क्यों जी, ठीक है? जो सज्जना दी मर्जी आपकी। ਇਹ ਜਿਹੜੀ ਕਲਾਸ ਹੈ, ਇਹਨੂੰ
ਇਹ ਜਿਹੜੀ ਨਵੀਂ ਕਲਾਸ ਹੈ ਇਹਨੂੰ ਲੀਡ ਕਰਨਗੇ ਜਸਪਾਲ ਹੋਰੀ, ਤੇ ਮੈਂ ਉਹਨਾਂ ਦੀ ਸਿਰਫ ਮਦਦ ਕਰਾਂਗਾ ਕਲਾਸ ਦੇ ਵਿੱਚ, ਮੈਂ ਅਸਿਸਟੈਂਟ ਹੋਵਾਂਗਾ ਉਹਨਾਂ ਦਾ। ਅਸੀਂ ਤੇ ਜੀ ਕੁਛ ਵੀ ਬਣਨ ਨੂੰ ਤਿਆਰ ਹੈ। ਹਾਂ ਜੀ, ਜੀ, ਬਿਲਕੁਲ ਜੀ। ਬਿਲਕੁਲ। नहीं डॉक्टर साहब बहुत काम बढ़िया काम मीटिंग करना आज की चाहिए। मीटिंग। जी जी सर जी, माफी चाहता हूँ बीच में आप लोग को डिस्टर्ब किया हो तो उसके लिए। अरे नहीं नहीं, आप, मैं तो इसलिए आपको बोला पता नहीं जसपाल होਰਾਂ ਦੀ ਆਵਾਜ਼ ਬਾਜ ਗਈ ਹੈ। ਅੱਛਾ ਮੇਰੇ ਖਿਆਲ ਹੁਣ ਆਪਣਾ ਅਮਰਜੀਤ ਜੀ ਖਤਮ ਕਰ ਦਿਓ, ਰਿਕਾਰਡਿੰਗ ਬੰਦ ਕਰ ਦਿਓ ਤੇ ਮੀਟਿੰਗ ਖਤਮ ਕਰ ਦਿਓ।